ਹੈਲੋ ਦੋਸਤੋ, ਵੈਲਕਮ ਹੈ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਦੇਖੋ ਬੱਚੇ, ਸਬ ਇੰਸਪੈਕਟਰ ਦੇ ਐਗਜ਼ਾਮ ਨੇ ਜਿਹੜੇ ਉਹ 30 ਤਰੀਕ ਤੱਕ ਫਿਲ ਹੋਣੇ ਆ। ਤਾਂ ਜਿਹੜੇ ਬੱਚਿਆਂ ਨੇ ਹਾਲੇ ਤੱਕ ਫਿਲ ਨਹੀਂ ਕੀਤਾ ਹੋਇਆ ਤਾਂ ਪਲੀਜ਼ ਉਹ ਪਹਿਲਾਂ ਆਪਣਾ ਫਾਰਮ ਆ ਜਿਹੜਾ, ਤਾਂ ਤੁਸੀਂ ਦੇਖ ਸਕਦੇ ਹੋ ਵੀ ਲਾਸਟ ਤਰੀਕ ਇਹਦੀ 30 ਅਗਸਤ ਆ। ਤਾਂ ਜਿਨ੍ਹਾਂ ਨੇ ਹਾਲੇ ਤੱਕ ਫਿਲ ਨਹੀਂ ਕੀਤਾ ਨਾ, ਉਹ ਪਹਿਲਾਂ ਇਹਨੂੰ ਫਿਲ ਜ਼ਰੂਰ ਕਰ ਲਿਓ। ਬਾਕੀ ਜਿਨ੍ਹਾਂ ਨੇ ਪਹਿਲਾਂ ਤੋਂ ਕੀਤਾ ਹੋਇਆ ਸੀਗਾ ਤਾਂ ਉਹਨਾਂ ਨੂੰ ਦੁਬਾਰਾ ਫਿਲ ਕਰਨ ਦੀ ਲੋੜ ਨਹੀਂ ਹੈਗੀ। ਤਾਂ ਥੰਬਨੇਲ ਦੇ ਅਕੋਰਡਿੰਗਲੀ ਤੁਸੀਂ ਸਭ ਨੇ ਦੇਖਿਆ ਕਿ ਆਪਾਂ ਪੋਲਿਟੀ ਦੇ MCQ ਕਰਾਂਗੇ, ਨਾਲ ਉਹਦੇ ਫੈਕਟਸ ਨੇ ਜਿਹੜੇ ਉਹਨਾਂ ਨੂੰ ਵੀ ਕਰਾਂਗੇ। ਇਹ ਤੋਂ ਬਿਨਾ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੋਲਿਟੀ ਦਾ ਸਿਲੇਬਸ ਆ ਉਹਦੇ 'ਚ ਕੀ ਰਹਿਣ ਵਾਲਾ, ਤਾਂ ਕੌਨਸਟੀਟਿਊਸ਼ਨ ਦੇ ਬਾਰੇ ਬੇਸਿਕ ਜਿਹੜੇ ਫੈਕਟ ਨੇ ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਔਰ ਜਿਹੜੇ ਉਹਦੇ ਵਿੱਚੋਂ ਮੋਸਟ ਇੰਪੋਰਟੈਂਟ ਫੈਕਟ ਨੇ ਉਹ ਵੀ ਆਪਾਂ ਤੁਹਾਨੂੰ ਇੱਥੇ ਡਿਸਕਸ ਕਰਾਵਾਂਗੇ। ਤਾਂ ਜਿਹੜੇ ਪੁਰਾਣੇ ਐਗਜ਼ਾਮਸ ਦੇ ਵਿੱਚ MCQ ਆਏ ਹੋਏ ਆ ਦੈਨ ਉਹਨਾਂ ਨੂੰ ਆਪਾਂ ਇੱਥੇ ਤੁਹਾਡੇ ਨਾਲ ਡਿਸਕਸ ਕਰਾਂਗੇ ਔਰ ਉਹਨਾਂ ਦੀ ਐਕਸਪਲੇਨੇਸ਼ਨ ਵੀ ਦੇਖਾਂਗੇ। ਤਾਂ ਦੇਖੋ ਬੱਚੇ, ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਨ ਤੋਂ ਪਹਿਲਾਂ ਦੇਖ ਲਈਏ ਕਿ ਅੱਜ ਸਭ ਨੂੰ ਪਤਾ 29 ਅਗਸਤ ਆ, ਔਰ ਅੱਜ ਦਾ ਦਿਨ ਨੈਸ਼ਨਲ ਸਪੋਰਟਸ ਡੇ ਦੇ ਰੂਪ ਦੇ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ। ਠੀਕ ਆ, ਤਾਂ ਹੁਣ ਇਹ ਬੱਚੇ ਕਿਉਂ ਕੀਤਾ ਜਾਂਦਾ? ਕਿਉਂਕਿ 29 ਅਗਸਤ ਨੂੰ ਹੈ ਬਰਥਡੇ ਆਫ ਹਾਕੀ ਲੀਜੈਂਡ। ਉਹਨਾਂ ਦਾ ਨਾਮ ਕੀ ਆ? ਮੇਜਰ ਧਿਆਨ ਚੰਦ। ਠੀਕ ਆ, ਤਾਂ ਮੇਜਰ ਧਿਆਨ ਚੰਦ ਜੀ ਦੇ ਬਰਥਡੇ ਦੇ ਉੱਪਰ ਇਹ ਦਿਨ ਆ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਅਗਸਤ 29 ਨੂੰ। ਤਾਂ ਇਹ ਦਿਨ ਮਤਲਬ ਕਿ ਅਵੇਅਰਨੈਸ ਫੈਲਾਈ ਜਾਂਦੀ ਹੈ, ਜਿਵੇਂ ਕਿ ਫਿਜ਼ੀਕਲ ਐਕਟੀਵਿਟੀ, ਸਪੋਰਟਸ ਨੂੰ ਲੈ ਕੇ ਜਾਂ ਫਿਰ ਓਵਰਆਲ ਹੈਲਥ ਨੂੰ ਲੈ ਕੇ। ਤਾਂ ਇੱਥੇ ਇੰਪੋਰਟੈਂਟ ਆ ਵੀ ਮਤਲਬ ਫਸਟ ਇਹ ਕਦੋਂ ਕੀਤਾ ਗਿਆ ਸੀ? ਤਾਂ ਇਹ ਫਸਟ ਕੀਤਾ ਗਿਆ ਸੀ ਅਗਸਤ 29 ਨੂੰ। ਇਹ ਤਾਂ ਮਤਲਬ ਕਿ ਉਹਨਾਂ ਦੀ ਬਰਥ ਡੇਟ ਹੀ ਆ, ਸੋ ਇਹ ਤਾਂ ਹੋਊਗੀ। ਤਾਂ ਇਸ ਤੋਂ ਬਿਨਾ ਜਿਹੜਾ ਈਅਰ ਆ ਉਹ ਹੈਗਾ ਸੀ 2012, ਜਦ ਕਿ ਇਹ ਪਹਿਲੀ ਵਾਰ ਕੀਤਾ ਗਿਆ ਸੀ। ਤਾਂ ਇਹਨਾਂ ਨੂੰ ਅਸੀਂ ਕਿਹੜੇ ਨਾਮ ਦੇ ਨਾਲ ਜਾਣਦੇ ਹਾਂ ਮੇਜਰ ਧਿਆਨ ਚੰਦ ਜੀ ਨੂੰ? ਤਾਂ ਇਹਨਾਂ ਨੂੰ ਬੱਚੇ ਜਾਣਿਆ ਜਾਂਦਾ ਹਾਕੀ ਵਿਜ਼ਾਰਡ ਐਂਡ ਦ ਮੈਜੀਸੀਅਨ। ਠੀਕ ਆ, ਹਾਕੀ ਦਾ ਜਾਦੂਗਰ ਕਿਹਾ ਜਾਂਦਾ ਮੇਜਰ ਧਿਆਨ ਚੰਦ ਜੀ ਨੂੰ। ਕਲੀਅਰ ਆ ਬਈ? ਤਾਂ ਮਤਲਬ ਇਹਨਾਂ ਦਾ ਜਿਹੜਾ ਜਨਮ ਆ ਤਾਂ 29 ਅਗਸਤ ਨੂੰ 1905 ਦੇ ਵਿੱਚ ਹੋਇਆ ਸੀਗਾ। ਤਾਂ ਹੋਰ ਜੇ ਇਹਨਾਂ ਦੇ ਬਾਰੇ ਆਪਾਂ ਗੱਲ ਕਰੀਏ, ਜਿਹੜੀ ਕਿ ਇੰਡੀਆ ਦੇ ਵੱਲੋਂ ਫਸਟ ਹੈਟ੍ਰਿਕ ਲਾਈ ਗਈ ਸੀ ਓਲੰਪਿਕ ਗੋਲਡ ਮੈਡਲਸ ਦੇ ਲਈ, ਉਹ ਕਦੋਂ ਲੱਗੀ ਆ? 1928। ਤੁਹਾਨੂੰ ਪਤਾ ਵੀ 4 ਸਾਲ ਬਾਅਦ ਹੁੰਦੀ ਆ, 1928 ਦੈਨ 1932 ਅਗੇਨ 1936। ਤਾਂ ਮਤਲਬ ਕਿ ਇਦੋਂ ਸੀ ਜਦੋਂ ਇਹ ਰਿਟਾਇਰ ਹੋਏ ਸੀਗੇ। ਠੀਕ ਆ, ਰਿਟਾਇਰ ਐਜ਼ ਅ ਮੇਜਰ ਇਨ ਦਾ ਪੰਜਾਬ ਰੈਜੀਮੈਂਟ ਆਫ ਦਾ ਇੰਡੀਅਨ ਆਰਮੀ 1956। ਤਾਂ ਉਦੋਂ ਇਹਨਾਂ ਨੂੰ ਪਦਮ ਭੂਸ਼ਣ ਆ ਜਿਹੜਾ 3rd ਹਾਈਐਸਟ ਸਿਵਲੀਅਨ ਅਵਾਰਡ ਆਪਣਾ, ਤਾਂ ਉਦੋਂ ਹੀ 1956 ਦੇ ਵਿੱਚ ਇਹਨਾਂ ਨੂੰ ਦਿੱਤਾ ਗਿਆ ਸੀ। ਤਾਂ ਬੱਚੇ ਇਹਨੂੰ ਵੀ ਧਿਆਨ 'ਚ ਰੱਖਣਾ। ਔਰ ਇੱਕ ਤੁਹਾਡੇ ਲਈ MCQ ਆ ਕਿ ਵਾਟਰ ATM। ਠੀਕ ਆ, ਵਾਟਰ ATM ਕਿੱਥੇ ਲਾਏ ਗਏ ਨੇ? ਠੀਕ ਆ, ਤਾਂ ਵਾਟਰ ATM ਲੱਗੇ ਨੇ ਤਾਂ ਮਤਲਬ ਕਿ ਇਹ ਕਿੱਥੇ ਲਾਏ ਗਏ ਆ? ਇੱਕ ਤੁਸੀਂ ਇਹ ਵਾਲਾ ਕੁਐਸਚਨ ਵੀ ਜ਼ਰੂਰ ਦੱਸਣਾ। ਔਰ ਖੇਡਾਂ ਵਤਨ ਪੰਜਾਬ ਦੀਆਂ ਇਹ ਵੀ ਕਿੱਥੇ ਹੋ ਰਹੀਆਂ ਨੇ? ਤਾਂ ਇਹਨਾਂ ਦੇ ਬਾਰੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। 2 ਕੁਐਸਚਨ ਆ ਕਿ ਕਰੰਟ ਨਾਲ ਤੁਸੀਂ ਕਿੰਨਾ ਕੁ ਅਪਡੇਟ ਰਹਿੰਦੇ ਹੋ। ਤਾਂ ਬੱਚੇ ਇਹਨੂੰ ਰੇਜ਼ ਕਰਨ ਲੱਗੇ ਆ। ਅੱਜ ਆਪਣੀ ਪੋਲਿਟੀ ਦੀ ਕਲਾਸ ਦੂਸਰੀ ਆ। ਬਾਕੀ ਜਿਹੜੇ ਬੱਚਿਆਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਔਰ ਵੀਡੀਓ ਨੂੰ ਲਾਈਕ ਨਹੀਂ ਕੀਤਾ ਦੈਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਹੀ ਵੈਲ ਨੋਟੀਫਿਕੇਸ਼ਨ ਆ ਜਿਹੜਾ ਉਹਨੂੰ ਵੀ ਔਨ ਜ਼ਰੂਰ ਕਰ ਲਿਓ। ਚਲੋ ਬੱਚੇ, ਮੋਸਟ ਇੰਪੋਰਟੈਂਟ MCQ ਕਰਾਂਗੇ ਅੱਜ ਆਪਾਂ ਵਿਦ ਫੈਕਟਸ। ਚਲੋ ਹੁਣ ਆਪਾਂ ਪਹਿਲਾ ਕੁਐਸਚਨ ਆ ਜਿਹੜਾ ਉਹਨੂੰ ਸਟਾਰਟ ਕਰਦੇ ਹਾਂ। ਵਿਚ ਆਰਟੀਕਲ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਪ੍ਰੋਵਾਈਡ ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼। ਮਤਲਬ ਕਿ ਇਹਦੇ 'ਚੋਂ ਕੀਵਰਡ ਕੀ ਆ? ਉਹ ਹੈਗਾ ਕੌਨਸਟੀਟਿਊਸ਼ਨਲ ਰੈਮਡੀਜ਼। ਤਾਂ ਮਤਲਬ ਕਿਹੜਾ ਆਪਣੇ ਆਰਟੀਕਲ ਆ ਜਿਹੜਾ ਇਹ ਚੀਜ਼ ਨੂੰ ਪ੍ਰੋਵਾਈਡ ਕਰਦਾ? ਅਲਾਓ ਇੰਡੀਅਨ ਸਿਟੀਜ਼ਨਸ ਟੂ ਸਟੈਂਡ ਅਪ ਫॉर देयर ਰਾਈਟਸ ਅਗੇਂਸਟ ਐਨੀਬਡੀ। ਦੇਖੋ ਬੱਚੇ, ਇੱਥੇ ਲਿਖਿਆ ਵਰਡ ਐਨੀਬਡੀ, ਤਾਂ ਤੁਹਾਨੂੰ ਇੱਥੋਂ ਪਤਾ ਲੱਗਣਾ ਚਾਹੀਦਾ ਕਿ ਇਹੋ ਜਿਹੇ ਕਿਹੜੇ ਆਪਣੇ ਸੰਵਿਧਾਨ ਦੇ ਵਿੱਚ ਆਰਟੀਕਲ ਦਿੱਤੇ ਹੋਏ ਨੇ ਜਿਹੜੇ ਕਿ ਐਨੀਬਡੀ, ਕਿਸੇ ਦੇ ਖਿਲਾਫ, ਚਾਹੇ ਉਹ ਗਵਰਨਮੈਂਟ ਆ, ਅਸੀਂ ਉਹਦੇ ਅਗੇਂਸਟ ਜਾ ਸਕਦੇ ਹਾਂ। ਤਾਂ ਦੇਖੋ ਇਹਦਾ ਆਨਸਰ ਹੈ ਬਿਲਕੁਲ ਆਰਟੀਕਲ 32 ਆਪਣੇ ਸੰਵਿਧਾਨ ਦਾ। ਆਰਟੀਕਲ 32 ਆ। ਜੇ ਹੁਣ ਇਹਦੀ ਆਪਾਂ ਗੱਲ ਕਰੀਏ ਵੀ ਕਿਹੜੇ ਭਾਗ ਦੇ ਵਿੱਚ, ਇਹ ਭਾਗ ਹੈਗਾ 3rd ਦੇ ਵਿੱਚ। ਠੀਕ ਆ, ਔਰ ਕਾਹਦੇ ਵਿੱਚ ਆਉਂਦਾ? ਇਹ ਫੰਡਾਮੈਂਟਲ ਰਾਈਟਸ ਦੇ ਵਿੱਚ ਆਉਂਦਾ। ਤਾਂ ਹੁਣ ਇੱਥੋਂ ਬੱਚੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਫੰਡਾਮੈਂਟਲ ਰਾਈਟਸ ਕੀ ਹੁੰਦੇ ਆ, ਜਿਹੜੇ ਕਿ ਸਾਡੇ ਮੌਲਿਕ ਅਧਿਕਾਰ ਜਿਹੜੇ ਹਰ ਹਾਲ ਦੇ ਵਿੱਚ ਸਾਨੂੰ ਮਿਲਣਗੇ ਔਰ ਉਹਨਾਂ ਨੂੰ ਕਿਸੇ ਵੀ ਹੱਦ ਵਿੱਚ ਮਤਲਬ ਕਿ ख़त्म ਕੋਈ ਵੀ ਸਰਕਾਰ ਆ ਨਹੀਂ ਕਰ ਸਕਦੀ। ਜਿਹੜਾ ਵੀ ਸਰਕਾਰ ਨੇ ਕੋਈ ਲਾਅ ਵਗੈਰਾ ਬਣਾਉਣਾ ਤਾਂ ਫੰਡਾਮੈਂਟਲ ਰਾਈਟਸ ਨੂੰ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ ਕਿ ਕਿਸੇ ਦੇ ਫੰਡਾਮੈਂਟਲ ਰਾਈਟਸ ਦਾ ਜਿਹੜਾ ਹਨਨ ਉਹ ਨਹੀਂ ਤਾਂ ਨਹੀਂ ਹੋ ਰਿਹਾ।
ਤਾਂ ਆਰਟੀਕਲ 32 ਆ ਜਿਹੜਾ, ਤਾਂ ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ। ਦੇਖੋ ਬੱਚੇ, ਵੈਸੇ ਇੱਥੇ ਇੱਕ ਹੋਰ ਵੀ ਪੁਆਇੰਟ ਆ, ਇੱਕ ਹੁੰਦਾ ਆਪਣੇ ਸੰਵਿਧਾਨ ਦਾ ਪ੍ਰੈਂਬਲ, ਠੀਕ ਹੈ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਪ੍ਰਸਤਾਵਨਾ। ਤਾਂ ਬਹੁਤ ਜ਼ਿਆਦਾ ਰਾਈਟਰ ਤਾਂ ਮਤਲਬ ਕਿ ਇਹਨੂੰ ਮੰਨਦੇ ਆ ਵੀ ਹਾਰਟ ਐਂਡ ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ, ਬਟ ਡਾਕਟਰ BR ਅੰਬੇਦਕਰ ਜੀ ਨੇ ਆਰਟੀਕਲ 32 ਨੂੰ ਜਿਹੜਾ ਕਿ ਕੌਂਸਟੀਟਿਊਸ਼ਨਲ ਰੈਮਡੀਜ਼ ਆ, ਇਹਨੂੰ ਹਾਰਟ ਐਂਡ ਸੋਲ ਕਿਹਾ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਚਲੋ ਬੱਚੇ, ਇਹਦੇ ਨਾਲ ਜੁੜੇ ਜਿਹੜੇ ਫੈਕਟ ਨੇ ਆਪਾਂ ਉਹਨਾਂ ਨੂੰ ਡਿਸਕਸ ਕਰ ਲਈਏ। ਦੇਖੋ, ਪਹਿਲਾਂ ਆਪਣਾ ਤੁਹਾਨੂੰ ਮੈਂ ਦੱਸਤਾ ਵੀ ਇਹ ਭਾਗ ਕਿੰਨਵੇਂ ਦੇ ਵਿੱਚ ਆਉਂਦਾ, ਇਹ ਭਾਗ ਆਉਂਦਾ ਤੀਸਰੇ ਦੇ ਵਿੱਚ, ਠੀਕ ਆ। ਆਪਣੇ ਕਿਹੜੇ ਭਾਗ ਦੇ ਵਿੱਚ ਆ? ਭਾਗ 3rd ਦੇ ਵਿੱਚ ਫੰਡਾਮੈਂਟਲ ਰਾਈਟਸ ਦੀ ਗੱਲ ਕਰ ਰਹੇ ਹਾਂ ਬੱਚੇ। ਵੈਸੇ ਤਾਂ ਆਪਾਂ ਅਲੱਗ ਤੋਂ ਇੱਕ ਟੌਪਿਕ ਰੱਖਾਂਗੇ ਫੰਡਾਮੈਂਟਲ ਰਾਈਟਸ ਦਾ, ਬਟ ਜਿੰਨਾ ਕਿ ਇੱਥੇ ਇੰਪੋਰਟੈਂਟ ਹੋਇਆ ਵੀ ਮਤਲਬ ਕਿ ਆਪਾਂ ਨੂੰ ਕਰਨਾ ਚਾਹੀਦਾ, ਉਹਨਾਂ ਕਿ ਇੱਥੇ ਆਪਾਂ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਊਗਾ ਵੀ ਇਹਦਾ ਸਾਡੇ ਕੋਲੇ ਸੋਰਸ ਕੀ ਆ, ਠੀਕ ਆ। ਉਸ ਤੋਂ ਬਾਅਦ ਭਾਗ ਆਪਾਂ ਲਿਖ ਲਿਆ। ਇਸ ਤੋਂ ਬਾਅਦ ਵੀ ਆਰਟੀਕਲ ਕਿਹੜੇ ਕਿਹੜੇ ਡੀਲ ਕਰਦੇ ਆ, ਔਰ ਇਹ ਨੇਚਰ ਦੇ ਵਿੱਚ ਮਤਲਬ ਕਿ ਕਿਵੇਂ ਦੇ ਨੇ, ਠੀਕ ਆ। ਔਰ ਇਸ ਤੋਂ ਬਾਅਦ ਇਹ ਕਿੰਨੇ ਨੇ, ਹਾਊ ਮੈਨੀ। ਤਾਂ ਆਹ ਕੁਛ ਕੁਐਸਚਨ ਨੇ ਜਿਹੜੇ ਇੱਥੇ ਆਪਾਂ ਮਤਲਬ ਕਿ ਹੁਣ ਕਲੀਅਰ ਕਰਾਂਗੇ। ਦੇਖੋ ਬੱਚੇ, ਸੋਰਸ ਇਹਦਾ ਕੀ ਆ? USA, ਔਰ ਆਰਟੀਕਲ 12 to 35 ਐਂਡ ਨੇਚਰ ਦੇ ਵਿੱਚ ਇਹ ਮਤਲਬ ਜਸਟਿਸੇਬਲ ਨੇ ਐਂਡ ਬਾਉਂਡਡ ਨੇ। ਜਿਵੇਂ DPSP ਆ, ਉਹ ਬਾਉਂਡਡ ਨਹੀਂ ਨਾ ਹੈਗੇ, ਬਟ ਜਿਹੜੇ ਫੰਡਾਮੈਂਟਲ ਰਾਈਟਸ ਨੇ ਨਾਲੇ ਤਾਂ ਜਸਟਿਸੇਬਲ ਨੇ ਐਂਡ ਇਹ ਬਾਉਂਡਡ ਵੀ ਹੈਗੇ ਨੇ। ਹਾਊ ਮੈਨੀ, ਜਦੋਂ ਆਪਾਂ ਗੱਲ ਕਰੀਏ ਵੀ ਸਟਾਰਟਿੰਗ ਦੇ ਵਿੱਚ ਇਹ ਸੀਗੇ 7, ਬਟ ਕਰੰਟਲੀ ਹੁਣ ਕਿੰਨੇ ਨੇ? 6। ਤਾਂ ਬੱਚੇ, ਜਿਹੜਾ ਇਹਦੇ ਵਿੱਚੋਂ ਇੱਕ ਕੱਟਿਆ ਗਿਆ ਤਾਂ ਉਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀ ਉਹ ਕੱਟਿਆ ਕਦੋਂ ਗਿਆ ਸੀ, ਕਿਹੜੀ ਅਮੈਂਡਮੈਂਟ ਦੇ ਨਾਲ ਉਹ ਕੱਟਿਆ ਗਿਆ, ਔਰ ਜੇ ਹੁਣ ਕੱਟ ਵੀ ਦਿੱਤਾ ਦੈਨ ਉਹ ਕਿਹੜਾ ਰਾਈਟ ਆ ਔਰ ਕਿਹੜੇ ਆਰਟੀਕਲ ਦੇ ਵਿੱਚ ਪਿਆ, ਜਿਹੜਾ ਇੱਕ ਆਰਟੀਕਲ ਇਹਦੇ 'ਚੋਂ ਕੱਟਿਆ ਗਿਆ। ਕਲੀਅਰ ਆ ਵੀ? ਚਲੋ ਹੁਣ ਦੇਖੋ ਬੱਚੇ, ਇਹਦੇ 'ਚ ਆਪਾਂ ਦੇਖਦੇ ਹਾਂ ਵੀ ਆਰਟੀਕਲ ਸਾਰੇ ਤਾਂ ਨਹੀਂ ਮੈਂ ਤੁਹਾਨੂੰ ਇੱਥੇ ਕਰਾ ਰਿਹਾ ਵੀ ਪੂਰਾ ਇਹ ਆਪਾਂ ਟੌਪਿਕ ਹੀ ਕਵਰ ਕਰਨਾ। ਜਿਵੇਂ ਕਿ ਪਹਿਲਾ ਸਾਡੇ ਕੋਲ ਰਾਈਟ ਟੂ ਇਕੁਅਲਟੀ, ਠੀਕ ਹੈ, ਜਾਣੀ ਕਿ ਸਮਾਨਤਾ ਦਾ ਅਧਿਕਾਰ, 14 ਤੋਂ 18 ਆਰਟੀਕਲ ਇਹਦੇ ਵਿੱਚ ਆਉਂਦੇ ਆ। ਔਰ ਇਸ ਤੋਂ ਬਾਅਦ ਰਾਈਟ ਟੂ ਫਰੀडम, ਉਹ 18 ਤੇ ਮੁੱਕੇ ਤਾਂ ਇਹ 19 ਤੋਂ ਸਟਾਰਟ ਹੋਏ, ਇਹ ਹੈਗੇ 19 ਤੋਂ 22 ਤੱਕ। ਫਰੀडम ਤੋਂ ਬਾਅਦ ਰਾਈਟ ਅਗੇਂਸਟ ਐਕਸਪਲੋਟੇਸ਼ਨ, 23 ਤੋਂ ਲੈ ਕੇ 24, ਦੋ ਇਹਦੇ 'ਚ ਨੇ। ਇਸ ਤੋਂ ਬਾਅਦ ਰਾਈਟ ਟੂ ਫਰੀडम ਆਫ ਰਿਲੀਜਨ 25 ਤੋਂ 28, ਰਾਈਟ ਟੂ ਐਜੂਕੇਸ਼ਨਲ ਐਂਡ ਕਲਚਰਲ 29 ਤੋਂ 30, ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼ 32। ਤਾਂ ਬੱਚੇ, ਇਹ ਮੈਂ ਤੁਹਾਨੂੰ ਵੈਸੇ ਕਰਵਾਊਂਗਾ ਵੀ ਇਸ ਤੋਂ ਬਾਅਦ ਦੇ ਵਿੱਚ, ਠੀਕ ਆ, ਕਿਹੜੇ ਕਿਹੜੇ ਦੇ ਨਾਲ ਕੇਸ ਜੁੜੇ ਨੇ, ਕਿਵੇਂ ਕਿਵੇਂ ਹੋਇਆ। ਔਰ ਯਾਦ ਰੱਖਣਾ ਵੀ ਅਸੀਂ ਫੰਡਾਮੈਂਟਲ ਰਾਈਟਸ ਨੂੰ ਕਹਿੰਦੇ ਆ ਮੈਗਨਾ ਕਾਰਟਾ ਆਫ ਇੰਡੀਅਨ ਕੌਂਸਟੀਟਿਊਸ਼ਨ। ਤਾਂ ਇਹ ਤੁਹਾਨੂੰ ਕੁਐਸਚਨ ਇਹ ਇੱਕ ਵਾਰ ਆਇਆ ਵੀ ਆ ਕਿਸੇ ਐਗਜ਼ਾਮ ਦੇ ਵਿੱਚ ਕਿ ਮੈਗਨਾ ਕਾਰਟਾ ਆਫ ਇੰਡੀਅਨ ਕੌਂਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ। ਸੋ ਇਹ ਕਿਹਾ ਜਾਂਦਾ ਫੰਡਾਮੈਂਟਲ ਰਾਈਟਸ ਨੂੰ। ਤਾਂ ਅਸੀਂ ਇਹਨੂੰ ਕਿਉਂ ਕਹਿੰਦੇ ਆ? ਕਿਉਂਕਿ 1215 ਦੇ ਵਿੱਚ ਕਿੰਗ ਜੌਹਨ ਨੇ, ਠੀਕ ਆ, ਬ੍ਰਿਟੇਨ ਦੇ ਵਿੱਚ ਮੈਗਨਾ ਕਾਰਟਾ ਨਾਂ ਦਾ ਮਤਲਬ ਕਿ ਉੱਥੋਂ ਉਹਨਾਂ ਨੇ ਬਿਲ ਆਫ ਰਾਈਟਸ ਰੱਖਿਆ ਸੀਗਾ, ਠੀਕ ਆ, ਸੌਰੀ ਮੈਗਨਾ ਕਾਰਟਾ ਨਾਂ ਦਿੱਤਾ ਸੀਗਾ ਇਹਨਾਂ ਨੂੰ। ਤਾਂ ਫਿਰ ਇਸ ਤੋਂ ਬਾਅਦ 1699 ਦੇ ਵਿੱਚ ਹੋਰ ਕੰਟਰੀ ਨੇ ਬਿਲ ਆਫ ਰਾਈਟਸ ਰੱਖਤਾ ਸੀਗਾ। ਫਿਰ ਇਸ ਤੋਂ ਬਾਅਦ ਇਹ ਤਾਂ ਇਹਨਾਂ ਨੇ ਰੱਖਿਆ, ਇਸ ਤੋਂ ਬਾਅਦ ਜਿਹੜੇ ਬ੍ਰਿਟੇਨ ਵਾਲੇ ਸੀ। ਤਾਂ ਇਸ ਤੋਂ ਬਾਅਦ ਪੂਰੇ 100 ਸਾਲ ਬਾਅਦ ਇਹ ਫਰਾਂਸ ਨੇ ਸੇਮ ਪ੍ਰੋਸੀਜਰ ਫੋਲੋ ਕੀਤਾ ਐਂਡ 1791 2 ਸਾਲ ਦੇ ਬਾਅਦ ਇਹ USA ਨੇ ਵੀ ਐਡ ਕਰ ਲਿਆ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ। ਤਾਂ ਬੱਚੇ, ਇਹ ਸੀਗੇ ਬੇਸਿਕ ਕੁਛ ਕੁ ਸੀਗੇ ਜਿਹੜੇ ਫੰਡਾਮੈਂਟਲ ਰਾਈਟਸ ਦੇ ਬਾਰੇ ਤੁਹਾਨੂੰ ਬਿਲਕੁਲ ਕਲੀਅਰ ਹੋਣੇ ਚਾਹੀਦੇ ਆ। ਬਾਕੀ ਬੱਚੇ, ਫੰਡਾਮੈਂਟਲ ਰਾਈਟ ਨੂੰ ਇਹ ਨਾ ਸੋਚੋ ਵੀ ਆਪਾਂ ਕਵਰ ਕਰਵਾਤੇ, ਤੁਹਾਨੂੰ ਇਹ ਕਰਵਾਏ ਜਾਣਗੇ। ਓਕੇ, ਚਲੋ ਦੂਸਰਾ ਕੁਐਸਚਨ ਦੇਖੋ। ਚਲੋ ਆ ਤਾਂ ਰਹੀ ਗਿਆ। ਤਾਂ ਆਪਣਾ ਜਿਹੜਾ ਸੀਗਾ ਕੁਐਸਚਨ ਦੇਖੋ ਬੱਚੇ, ਰਾਈਟ ਟੂ ਰੈਮਡੀਜ਼ ਦੇ ਵਿੱਚ ਕੀ ਹੁੰਦਾ ਕਿ ਸਾਡੇ ਫੰਡਾਮੈਂਟਲ ਰਾਈਟ ਦਾ ਜੇ ਕਿਸੇ ਦਾ ਵੀ ਕੋਈ ਹਨਨ ਹੋ ਰਿਹਾ ਦੈਨ ਅਸੀਂ ਉਹਨੂੰ ਲੈ ਕੇ ਇਹ ਨਹੀਂ ਹੈਗਾ ਵੀ ਸਾਨੂੰ ਡਿਸਟ੍ਰਿਕਟ ਕੋਰਟ ਜਾਣਾ ਪਊਗਾ, ਉੱਥੇ ਸਾਡੀ ਅਪੀਲ ਹੋਈ ਜਾਂ ਹਾਈ ਕੋਰਟ ਜਾਣਾ ਪਊਗਾ। ਤਾਂ ਜਿਹੜਾ ਆਰਟੀਕਲ 32 ਆ ਇਹ ਗੱਲ ਕਹਿੰਦਾ ਕਿ ਅਗਰ ਤੁਹਾਡੇ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਕਿਸੇ ਵੀ ਤੁਹਾਡੇ ਅਧਿਕਾਰ, ਮੌਲਿਕ ਅਧਿਕਾਰ ਦਾ ਹਨਨ ਹੋ ਰਿਹਾ, ਸ਼ੋਸ਼ਣ ਹੋ ਰਿਹਾ, ਦੈਨ ਚਾਹੇ ਉਹ ਸਰਕਾਰ ਕਰ ਰਹੀ ਆ ਚਾਹੇ ਕੋਈ ਪ੍ਰਾਈਵੇਟ ਕੁਛ ਵੀ ਆ, ਤਾਂ ਦੈਨ ਤੁਸੀਂ ਸਿੱਧਾ ਸੁਪਰੀਮ ਕੋਰਟ ਤੱਕ ਜਾ ਕੇ ਆਪਣੀ ਗੁਹਾਰ ਆ ਜਿਹੜੀ ਉਹ ਲਗਾ ਸਕਦੇ ਹੋ ਆਰਟੀਕਲ 32 ਦੇ ਥਰੂ। ਕਲੀਅਰ ਆ? ਤਾਂ ਬੱਚੇ, ਹੁਣ ਇਹ ਤਾਂ ਹੋ ਗਿਆ ਆਪਣੇ ਸੁਪਰੀਮ ਕੋਰਟ ਦੇ ਲਈ। ਤਾਂ ਜਿਹੜੇ ਵਿੱਚ ਆਰਟੀਕਲ ਦੇ ਥਰੂ ਅਸੀਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ ਦੈਨ ਉਹ ਆਰਟੀਕਲ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅਸੀਂ ਹਾਈ ਕੋਰਟ ਦੇ ਵਿੱਚ ਕਿਹੜੇ ਆਰਟੀਕਲ ਦੇ ਥਰੂ ਜਾ ਸਕਦੇ ਹਾਂ। ਚਲੋ ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਵਿਚ ਅਮੰਗ ਆਫ ਦਾ ਫੋਲੋਇੰਗ ਲੈਂਗੁਏਜ ਇਜ਼ ਨਾਟ ਦੇਅਰ ਇਨ ਦ 8th ਸ਼ਡਿਊਲ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਆ।
ਤਾਂ ਜਿਹੜੇ ਬੱਚਿਆਂ ਨੇ ਕਦੇ ਇਹਨੂੰ ਮਤਲਬ ਕਿ ਧਿਆਨ ਦੇ ਨਾਲ ਕਵਰ ਕੀਤਾ ਹੋਊਗਾ ਤਾਂ ਉਹਨਾਂ ਨੂੰ ਪਤਾ ਲੱਗ ਜੂ ਵੀ ਜੇ 8ਵੇਂ ਸ਼ਡਿਊਲ ਦੀ ਗੱਲ ਆ ਗਈ ਤਾਂ ਇੱਥੇ ਕਾਹਦੇ ਬਾਰੇ ਗੱਲ ਹੋ ਰਹੀ ਆ, ਭਾਸ਼ਾ ਦੇ ਨਾਲ ਸੰਬੰਧਿਤ। ਜੇ ਆ ਗਈ ਤੁਹਾਨੂੰ 7ਵੇਂ ਸ਼ਡਿਊਲ ਦੀ ਗੱਲ, ਤੁਹਾਨੂੰ ਪਤਾ ਲੱਗ ਗਿਆ ਵੀ ਇੱਥੇ ਗੱਲ ਹੋ ਰਹੀ ਆ ਲਿਸਟਸ ਦੀ। ਲਿਸਟਾਂ ਕਿੰਨੀਆਂ ਨੇ? 3 ਨੇ, ਯੂਨੀਅਨ ਲਿਸਟ, ਸਟੇਟ ਲਿਸਟ, ਕੌਨਕਰੈਂਟ ਲਿਸਟ। ਕਲੀਅਰ ਆ। ਹੁਣ ਦੇਖੋ ਆਪਾਂ ਗੱਲ ਕਰਨੀ ਆ 8ਵੇਂ ਸ਼ਡਿਊਲ ਦੀ। ਤਾਂ ਬੱਚੇ ਦੇਖੋ ਡੋਗਰੀ ਹੈਗੀ ਆ ਉਹਦੇ 'ਚ, ਠੀਕ ਆ, ਮਣੀਪੁਰੀ ਵੀ ਹੈਗੀ ਆ, ਸਿੰਧੀ ਵੀ ਹੈਗੀ ਆ, ਰਾਜਸਥਾਨੀ ਭਾਸ਼ਾ ਇਹਦੇ 'ਚ ਕਰੈਕਟ ਆਨਸਰ ਆ, ਕਿਉਂਕਿ ਇਹ ਵਾਲੀ ਭਾਸ਼ਾ ਗੀ ਆਪਣੇ ਇਹਦੇ 'ਚ 8ਵੇਂ ਸ਼ਡਿਊਲ ਦੇ ਵਿੱਚ ਨਹੀਂ ਹੈਗੀ। ਦੇਖੋ ਬੱਚੇ ਹੁਣ ਇਹਦੇ ਨਾਲ ਰਿਲੇਟਡ ਕੁਝ ਕੁ ਫੈਕਟ ਨੇ ਜਿਹੜੇ ਦੇਖ ਲਓ ਤੁਸੀਂ। ਤਾਂ ਆਪਣੇ ਕਿੰਨੀਆਂ ਲੈਂਗੁਏਜ ਨੇ ਜਿਹੜੀਆਂ 8ਵੇਂ ਸ਼ਡਿਊਲ ਦੇ ਵਿੱਚ ਹੈਗੀਆਂ ਨੇ? ਡਾਇਰੈਕਟਲੀ ਕੁਐਸਚਨ ਬਣ ਸਕਦਾ ਸਿੱਧਾ। ਤਾਂ 22 ਭਾਸ਼ਾਵਾਂ ਨੇ ਜਿਹੜੀਆਂ ਆਪਣੇ 8ਵੇਂ ਸ਼ਡਿਊਲ ਦੇ ਵਿੱਚ ਅਨੁਸੂਚੀ ਦੇ ਵਿੱਚ ਸ਼ਾਮਲ ਨੇ। ਅਸਾਮੀ, ਬੰਗਾਲੀ, ਬੋਡੋ, ਡੋਗਰੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮੈਥਲੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਉੜੀਆ, ਪੰਜਾਬੀ। ਆਪਣੀ ਪੰਜਾਬੀ ਤਾਂ ਹੈਗੀ ਆ ਬੱਚੇ, ਧਿਆਨ ਦੇ ਨਾਲ ਦੇਖੋ। ਸੰਸਕ੍ਰਿਤ, ਸੰਥਾਲੀ, ਸਿੰਧੀ, ਤਮਿਲ, ਤੇਲਗੂ, ਉਰਦੂ। ਤਾਂ ਇਹ 22 ਲੈਂਗੁਏਜ ਨੇ ਜਿਹੜੀਆਂ ਕਿ 8ਵੇਂ ਸ਼ਡਿਊਲ ਦੇ ਵਿੱਚ ਹੈਗੀਆਂ ਨੇ। ਤਾਂ ਇਸ ਤੋਂ ਬਿਨਾਂ ਇਹਦੇ ਨਾਲ ਰਿਲੇਟਡ ਹੋਰ ਫੈਕਟ ਦੇਖੋ। ਸ਼ਡਿਊਲ ਕਿੰਨੇ ਨੇ? 12 ਸ਼ਡਿਊਲ ਸੰਵਿਧਾਨ ਦੇ ਵਿੱਚ ਟੋਟਲ ਨੇ। ਬਾਕੀ ਬੱਚੇ ਤਾਂ ਮੈਂ ਤੁਹਾਨੂੰ ਪਹਿਲਾਂ ਸ਼ਡਿਊਲ ਕਰਵਾਏ ਵੀ ਹੋਏ ਨੇ। 8ਵਾਂ ਸ਼ਡਿਊਲ ਦੇ ਵਿੱਚ ਆਰਟੀਕਲ ਕਿਹੜੇ ਡੀਲ ਕਰਦੇ ਆ? 344 1 ਤੋਂ ਲੈ ਕੇ 351 ਤੱਕ, ਠੀਕ ਆ। ਤਾਂ ਸਟਾਰਟਿੰਗ ਦੇ ਵਿੱਚ 14 ਓਫੀਸ਼ੀਅਲ ਲੈਂਗੁਏਜ ਸੀਗੀਆਂ, ਬਟ ਇਸ ਤੋਂ ਬਾਅਦ 22 ਨੇ ਹੋ ਗਈਆਂ, ਕਿਉਂਕਿ ਜਿਹੜੀਆਂ ਇਸ ਤੋਂ ਬਾਅਦ 8 ਲੈਂਗੁਏਜਸ ਬਾਅਦ ਦੇ ਵਿੱਚ ਐਡ ਕੀਤੀਆਂ ਗਈਆਂ ਨੇ, ਤਾਂ ਕਰਕੇ ਇਹ 22 ਹੋ ਗਈਆਂ। ਬਾਕੀ ਜੇ ਤੁਹਾਨੂੰ ਅਜੇ ਵੀ ਕਲਾਸੀਕਲ ਲੈਂਗੁਏਜ ਕਦੋਂ ਸ਼ੁਰੂ ਕੀਤੀ ਗਈ ਆ, ਤਾਂ 2004 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਡਿਸਾਈਡ ਕੀਤਾ ਸੀ ਕ੍ਰੀਏਟ ਨਿਊ ਕੈਟਾਗਰੀ ਆਫ ਲੈਂਗੁਏਜ ਕਾਲਡ ਕਲਾਸੀਕਲ ਲੈਂਗੁਏਜ। 2016 ਤੱਕ ਜੇ ਗੱਲ ਕਰੀਏ, 6 ਭਾਸ਼ਾਵਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਨੂੰ ਗ੍ਰਾਂਟ ਕੀਤਾ ਗਿਆ ਸੀ ਕਲਾਸੀਕਲ ਲੈਂਗੁਏਜ ਸਟੇਟਸ। ਤਾਮਿਲ ਵਾਜ਼ ਦਾ ਫਸਟ ਲੈਂਗੁਏਜ ਗ੍ਰਾਂਟਡ ਇਨ 2004। ਤਾਂ 2004 ਦੇ ਵਿੱਚ ਫਿਰ ਉੜੀਆ ਆ ਗਈ, ਲੇਟੈਸਟ ਟੂ ਵੀ ਕੰਫਰਟ ਕਲਾਸੀਕਲ ਲੈਂਗੁਏਜ ਇਨ ਦਾ ਸਟੇਟਸ 2014। ਤਾਂ 14 ਦੇ ਵਿੱਚ ਉੜੀਆ ਨੂੰ ਦਿੱਤਾ ਗਿਆ, ਫਸਟ ਤਾਮਿਲ ਨੂੰ ਦਿੱਤਾ ਗਿਆ। ਸਟਾਰਟ 2004 ਦੇ ਵਿੱਚ ਕੀਤਾ ਸੀ। ਦ ਸੇਮ ਈਅਰ ਕਿਹਨੂੰ ਮਿਲ ਗਿਆ ਸੀ? ਇਹ ਤਮਿਲ ਭਾਸ਼ਾ ਨੂੰ ਮਿਲ ਗਿਆ ਸੀ। ਬਾਕੀ ਬੱਚੇ ਦੇਖੋ ਇੱਥੇ ਇੰਪੋਰਟੈਂਟ ਫੈਕਟ ਕੀ ਆ? ਐਜ਼ ਪਰ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਦੇਅਰ ਇਜ਼ ਨੋ ਨੈਸ਼ਨਲ ਲੈਂਗੁਏਜ ਆਫ ਇੰਡੀਆ। ਬੱਚੇ ਬਹੁਤ ਜ਼ਿਆਦਾ ਇਹ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਸਕੂਲਸ ਦੇ ਵਿੱਚ, ਬੱਚਿਆਂ ਨੂੰ ਪੜ੍ਹਾਇਆ ਜਾਂਦਾ ਕਿ ਸਾਡੀ ਨੈਸ਼ਨਲ ਲੈਂਗੁਏਜ, ਨੈਸ਼ਨਲ ਗੇਮ ਸਾਡੀ ਇਹ ਆ। ਤਾਂ ਬੱਚੇ ਕੋਈ ਵੀ ਨੈਸ਼ਨਲ ਲੈਂਗੁਏਜ ਹੈ ਨਹੀਂ, ਕਿਉਂਕਿ ਇੰਡੀਆ ਦੇ ਵਿੱਚ 22 ਓਫੀਸ਼ੀਅਲ ਲੈਂਗੁਏਜ ਨੇ ਜਿਹੜੀਆਂ ਅਲੱਗ-ਅਲੱਗ ਤੌਰ 'ਤੇ ਬੋਲੀਆਂ ਜਾਂਦੀਆਂ ਔਰ ਉਹਨਾਂ ਨੂੰ ਸੰਵਿਧਾਨਕ ਦਰਜਾ ਪ੍ਰਾਪਤ ਆ। ਤਾਂ ਕਰਕੇ ਨੈਸ਼ਨਲ ਲੈਂਗੁਏਜ ਆਪਣੇ ਅਡੋਪਟ ਕਰਨ ਦੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਆ। ਸੋ ਕੋਈ ਵੀ ਲੈਂਗੁਏਜ ਮਤਲਬ ਹਜੇ ਤੱਕ ਹੈ ਨਹੀਂ। ਬਾਕੀ ਜਿਨ੍ਹਾਂ ਬੱਚਿਆਂ ਨੂੰ ਹਜੇ ਵੀ ਮਤਲਬ ਕਿ ਕਨਫਰਮ ਕਰਨਾ ਹੀ ਆ, ਦੈਨ ਦਾ ਹਿੰਦੂ ਦੇ ਵਿੱਚ ਬਹੁਤ ਸੋਹਣੇ ਆਰਟੀਕਲ ਪੂਰੀ ਡਿਟੇਲ ਤੈਅ ਇਹਦੇ 'ਚ ਛਪੇ ਹੋਏ ਆ। ਤਾਂ ਤੁਸੀਂ ਗੂਗਲ ਕਰਕੇ ਇਹਦੇ ਬਾਰੇ ਨਿਊਜ਼ ਆ ਜਿਹੜੀ ਉਹ ਫੋਲੋ ਕਰ ਸਕਦੇ ਹੋ। ਇੱਕ ਵਾਰ 12 'ਚ, ਫਿਰ 18 ਦੇ ਵਿੱਚ ਔਰ ਕਰੰਟਲੀ 20 ਰਿਹਾ ਸੀਗਾ, ਠੀਕ ਆ। ਤਾਂ ਬੱਚੇ ਉਹਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਆ ਵੈਰੀ ਇੰਪੋਰਟੈਂਟ। ਕੋਈ ਤੁਹਾਡੇ ਆਸ-ਪਾਸ ਬੱਚਾ ਦੈਨ ਤੁਸੀਂ ਉਹਨੂੰ ਐਕਸਪਲੇਨ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ, ਤਾਂ ਜੋ ਉਹ ਆਪ ਗਲਤ ਪੜ੍ਹ ਕੇ ਅੱਗੇ ਕਿਸੇ ਗਲਤ ਨੂੰ ਐਵੇਂ ਨਾ ਸਿਖਾ ਦੇ ਕਿ ਮਤਲਬ ਹਿੰਦੀ ਨੈਸ਼ਨਲ ਭਾਸ਼ਾ ਗਈ। ਓਕੇ, ਇਸ ਤੋਂ ਬਾਅਦ ਦੇਖੋ ਬੱਚੇ ਆਪਣਾ ਜਿਹੜਾ ਪਾਰਟ ਆ ਬੱਚੇ, ਇਹਨੂੰ ਦੇਖੋ ਕਿਵੇਂ ਦੇਖੀਦਾ ਹੁੰਦਾ। ਜਿਹੜੀ ਐਕਸ ਹੁੰਦੀ ਆ ਇਹਦਾ ਮਤਲਬ ਹੁੰਦਾ 10, ਜਿਹੜੀ ਆ ਬੀ ਹੁੰਦੀ ਆ ਇਹਦਾ ਮਤਲਬ ਹੁੰਦਾ 5, ਅਤੇ ਇਹਦਾ ਮਤਲਬ ਹੁੰਦਾ 2, ਕਿਉਂਕਿ ਇੱਕ ਦਾ ਮਤਲਬ ਹੁੰਦਾ 1, ਠੀਕ ਹੈ। 10, 5, 15 ਅਤੇ 2 17। ਤਾਂ ਇਹ ਕਿਹੜਾ ਭਾਗ ਹੋ ਗਿਆ? 17ਵਾਂ। 17ਵਾਂ ਜਿਹੜਾ ਉਹ ਡੀਲ ਕਰਦਾ ਓਫੀਸ਼ੀਅਲ ਲੈਂਗੁਏਜ ਨਾਲ, ਆਰਟੀਕਲ 343 ਤੋਂ ਲੈ ਕੇ 351 ਤੱਕ, ਠੀਕ ਆ। ਹੁਣ ਦੇਖੋ ਜਿਹੜੀਆਂ ਅਮੈਂਡਮੈਂਟਸ ਨੇ ਉਹਨਾਂ ਨੇ ਸਪੈਸ਼ਲ ਤੌਰ 'ਤੇ ਅਮੈਂਡਮੈਂਟਸ ਪਹਿਲਾਂ ਵਾਲੇ ਐਗਜ਼ਾਮ ਦੇ ਵਿੱਚ ਜਿਹੜੇ ਸਬ ਇੰਸਪੈਕਟਰ ਦੇ ਐਗਜ਼ਾਮ ਹੋਏ ਆ ਉਹਨਾਂ ਨੇ ਅਮੈਂਡਮੈਂਟਸ ਬਕਾਇਦਾ ਤੌਰ 'ਤੇ ਪੁੱਛੀਆਂ ਨੇ। ਤਾਂ ਬੱਚੇ ਦੇਖੋ ਕਿਹੜੀ ਭਾਸ਼ਾ ਦੇ ਨਾਲ ਸੰਬੰਧਿਤ ਆ? ਸਿੰਧੀ ਲੈਂਗੁਏਜ ਕੀਤੀ ਗਈ ਹੈ ਐਡ। 21ਵੀਂ ਸੋਧ ਹੋਈ ਸੀ 1967 ਦੇ ਵਿੱਚ। ਤਾਂ ਤੁਹਾਨੂੰ ਇਹ ਦੇ ਕੇ ਅਮੈਂਡਮੈਂਟ ਦੇ ਕੇ ਉਹਦੀ ਸਿਹਤਚਾ ਭਾਸ਼ਾ ਲੈ ਕੇ ਪੁੱਛਿਆ ਜਾ ਸਕਦਾ ਕਿ ਇਹਨਾਂ ਦੇ ਵਿੱਚੋਂ ਕਿਹੜੀਆਂ 3 ਕਰੈਕਟ ਨੇ ਜਾਂ ਇੱਕ ਇਨਕਰੈਕਟ ਆ, ਠੀਕ ਆ। ਤਾਂ ਤੁਹਾਨੂੰ ਇਹ ਕਿਵੇਂ ਵੀ ਮਤਲਬ ਕਿ ਮੈਚ ਦੀ ਕਾਲਮ 'ਚ ਆ ਸਕਦੀ ਹੈ ਜਾਂ ਜਿਵੇਂ ਵੀ ਆ ਸਕਦੀ ਹੈ, ਤਾਂ ਯਾਦ ਰੱਖਣੀ ਆ ਹਰ ਐਂਗਲ ਤੋਂ। ਕੋਂਕਣੀ, ਮਨੀਪੁਰੀ, ਨੇਪਾਲੀ ਇਨਕਲੂਡਡ ਕੀਤੀਆਂ ਗਈਆਂ ਸੀ। 71ਵੀਂ ਅਮੈਂਡਮੈਂਟ ਹੋਈ ਸੀ 1992 ਦੇ ਵਿੱਚ। ਦੇਖੋ ਬੱਚੇ ਇਸ ਤੋਂ ਬਾਅਦ 1992 ਦੇ ਵਿੱਚ ਇੱਕ ਹੋਈ ਸੀ 73ਵੀਂ ਅਮੈਂਡਮੈਂਟ, ਇੱਕ ਹੋਈ ਸੀ 74ਵੀਂ। ਜਿਹੜੀ ਤਾਂ ਆਹ ਸੀਗੀ ਇਹ ਤਾਂ ਹੈਗੀ ਸੀ ਪਿੰਡਾਂ ਵਾਲੀ ਨਗਰ ਪੰਚਾਇਤ ਦੇ ਲਈ, ਅਤੇ ਆਹ ਹੈਗੀ ਸੀ ਜਿਹੜੀ ਸ਼ਹਿਰਾਂ ਦੇ ਵਿੱਚ ਮਿਊਨਸਿਪਲ ਕਮੇਟੀਆਂ ਹੁੰਦੀਆਂ ਨੇ ਉਹਨਾਂ ਦੇ ਲਈ, ਠੀਕ ਆ। ਤਾਂ ਇਹਨਾਂ ਨੂੰ ਵੀ ਯਾਦ ਰੱਖਣਾ ਕਿ 73ਵੀਂ ਔਰ 74ਵੀਂ ਅਮੈਂਡਮੈਂਟ ਨੇ ਸੰਵਿਧਾਨਕ ਦਰਜਾ ਦਵਾਇਆ ਸੀਗਾ ਲੋਕਲ ਸੈਲਫ ਗਵਰਨਮੈਂਟ ਸੀ ਜਿਹੜੀ ਉਹਨੂੰ, ਠੀਕ ਆ। ਇਸ ਤੋਂ ਬਾਅਦ ਬੋਡੋ, ਡੋਗਰੀ, ਮੈਥਲੀ ਐਂਡ ਸੰਥਾਲੀ ਐਡ ਕੀਤੀਆਂ ਗਈਆਂ ਸੀ 92ਵੀਂ ਅਮੈਂਡਮੈਂਟ 2003 ਦੇ ਥਰੂ, ਓਕੇ। ਔਰ ਇਹ ਕੇਮ ਇਨ ਟੂ ਫੋਰਸ 2004, ਕਲੀਅਰ। ਬਾਕੀ ਬੱਚੇ ਦੇਖੋ ਇੱਥੇ ਹੋਏਵਰ it can be noted that there is no fixed criteria for any language to be considered for inclusion in the 8th schedule।
कोई मतलब कि फिक्स या क्राइटेरिया ਜਿਹੜਾ ਇੱਥੇ ਹੈ ਨਹੀਂਗਾ मतलब ਇਹਦੇ ਵਿੱਚ शामिल ਹੋਣ ਦੇ ਲਈ। ਓਕੇ ਚਲੋ ਬੱਚੇ ਅੱਗੇ ਦੇਖਦੇ ਹਾਂ ਆਪਾਂ। ਬਾਕੀ ਤੁਸੀਂ ਆਰਟੀਕਲ 344 ਇੱਕ ਜਿਹੜੇ ਇੰਪੋਰਟੈਂਟ ਲੱਗੇ ਮੈਂ ਇੱਥੇ ਤੁਹਾਨੂੰ ਲਿਖਤੇ ਬੱਚੇ, ਤਾਂ ਤੁਸੀਂ ਇਹਨੂੰ मतलब ਪੜ੍ਹ ਸਕਦੇ ਹੋ ਬਾਅਦ ਦੇ ਵਿੱਚ ਅਗਰ ਤੁਹਾਨੂੰ ਲੱਗਦਾ। ਚਲੋ ਅੱਗੇ ਆਪਾਂ ਅਗਲਾ ਕੁਐਸਚਨ ਆ ਜਿਹੜਾ ਉਹਨੂੰ ਦੇਖਦੇ ਹਾਂ। ਹੂ ਵਾਜ਼ ਦਾ ਇੰਟਰਮ ਪ੍ਰੈਜ਼ੀਡੈਂਟ ਆਫ ਦਾ ਫਸਟ ਕੌਂਸਟੀਟਿਊਐਂਟ ਅਸੈਂਬਲੀ। ਬੱਚੇ ਦੇਖੋ ਇਹਦਾ ਆਨਸਰ ਆਪਾਂ ਬਾਅਦ ਦੇ ਵਿੱਚ ਦੇਖਦੇ ਹਾਂ, ਠੀਕ ਆ। ਤਾਂ ਕੌਂਸਟੀਟਿਊਐਂਟ ਅਸੈਂਬਲੀ ਕੀ ਆ, ਜਿਹੜੀ ਕਿ ਸੰਵਿਧਾਨ ਬਣਾਉਣ ਦੇ ਲਈ ਸੰਵਿਧਾਨਕ ਸਭਾ ਬਣੀ ਸੀ ਨਾ, मतलब ਸੰਵਿਧਾਨ ਨੂੰ ਜਿਹੜੇ ਤਿਆਰ ਕਰਨ ਵਾਲੇ ਬੰਦੇ ਪਹਿਲਾਂ ਇੱਕ ਉਹਨਾਂ ਨੇ ਇਕੱਠ ਕੀਤਾ, ਸਭਾ ਬਣਾਈ, ਉਹਨੂੰ ਕਿਹਾ ਜਾਂਦਾ ਕੌਂਸਟੀਟਿਊਐਂਟ ਅਸੈਂਬਲੀ। ਤਾਂ ਇੰਟਰਮ ਹੁੰਦਾ ਜਿਹੜਾ ਕਿ ਪੱਕਾ ਬਣਨ ਤੋਂ ਪਹਿਲਾਂ ਬਣਦਾ ਕੱਚੇ ਤੌਰ ਤੇ, ਆਰਜੀ ਤੌਰ ਤੇ। ਤਾਂ ਹੁਣ ਕੌਂਸਟੀਟਿਊਐਂਟ ਅਸੈਂਬਲੀ ਦੇ ਬਾਰੇ ਜਿਹੜੇ ਫੈਕਟ ਨੇ ਬੱਚੇ ਉਹਨਾਂ ਨੂੰ ਦੇਖ ਲਓ। ਤਾਂ ਤੁਹਾਨੂੰ ਇਹਦੇ 'ਚੋਂ ਸਿੱਧਾ ਕੁਐਸਚਨ ਆ ਸਕਦਾ ਵੀ ਫਸਟ ਪ੍ਰਪੋਜ਼ ਕਿਹਨੇ ਕੀਤੀ ਸੀ, 1934 ਦੇ ਵਿੱਚ MN ਰॉय ਨੇ ਕੀਤਾ ਸੀ, ਠੀਕ ਆ। ਇਸ ਤੋਂ ਬਾਅਦ ਦੇਖੋ ਬੱਚੇ ਡਿਮਾਂਡ ਆ ਜਿਹੜੀ ਇਹ ਕਾਂਗਰਸ ਪਾਰਟੀ ਦੀ ਆਫੀਸ਼ੀਅਲ ਡਿਮਾਂਡ ਕਦੋਂ ਬਣੀ ਸੀ, 1935 ਦੇ ਵਿੱਚ। ਔਰ ਬ੍ਰਿਟਸ ਨੇ ਸੀ ਕਿ ਜਿਹੜੇ ਉਹਨਾਂ ਨੇ ਇਹ ਚੀਜ਼ ਕਦੋਂ ਮੰਨੀ, ਅਗਸਤ ਆਫਰ 1940 ਦੇ ਵਿੱਚ ਡਿਊਰਿੰਗ ਸੈਕੰਡ ਵਰਲਡ ਵਾਰ। ਕਦੋਂ ਤੋਂ ਕਦੋਂ ਤੱਕ, 1939 ਤੋਂ ਲੈ ਕੇ 45 ਤੱਕ ਦੂਸਰਾ ਵਿਸ਼ਵ ਯੁੱਧ ਸੀਗਾ ਜਿਹੜਾ ਉਹ ਲੱਗ ਰਿਹਾ ਸੀ। ਅੰਡਰ ਦਾ ਕੈਬਨਿਟ ਮਿਸ਼ਨ ਪਲਾਨ 1946 ਇਲੈਕਸ਼ਨ ਵਰ ਹੈਲਡ ਫॉर ਦਾ ਫਾਰਮੇਸ਼ਨ ਆਫ ਦਾ ਕੌਂਸਟੀਟਿਊਐਂਟ ਅਸੈਂਬਲੀ। ਤਾਂ ਇਹਦੇ ਲਈ ਇਲੈਕਸ਼ਨ ਵੀ ਹੋਏ ਸੀ। ਦਾ ਮੈਂਬਰ ਆਫ ਦਾ ਅਸੈਂਬਲੀ ਵਰ ਇਲੈਕਟਡ ਇਨਡਾਇਰੈਕਟਲੀ। ਆ ਯਾਦ ਰੱਖਣਾ ਜਿਹੜੇ ਦੇ ਮੈਂਬਰ ਸੀਗੇ ਇਨਡਾਇਰੈਕਟਲੀ ਤਰੀਕੇ ਦੇ ਨਾਲ ਤਾਂ ਉਹ ਚੁਣੇ ਗਏ ਸੀ। ਬਾਈ ਦਾ ਮੈਂਬਰ ਆਫ ਦਾ ਪ੍ਰੋਵਿੰਸ਼ੀਅਲ ਅਸੈਂਬਲੀਜ਼ ਬਾਈ ਦਾ ਮੈਥਡ ਆਫ ਆ ਸਿੰਗਲ ਟਰਾਂਸਫਰੇਬਲ ਵੋਟ ਆਫ ਪ੍ਰਪੋਰਸ਼ਨਲ ਰੀਪ੍ਰੈਜ਼ੈਂਟੇਸ਼ਨ। ਓਕੇ ਤਾਂ ਬੱਚੇ ਇਹ ਫੈਕਟ ਨੇ ਜਿਹੜੇ ਤੁਸੀਂ ਹਰ ਐਂਗਲ ਤੋਂ ਯਾਦ ਰੱਖਣੇ ਹਰ ਹਾਲਾਤ ਦੇ ਵਿੱਚ। ਬਾਕੀ ਦੇਖੋ ਬੱਚੇ ਇਨੀਸ਼ੀਅਲੀ ਦੀ ਗੱਲ ਕਰੀਏ ਤਾਂ ਨੰਬਰ ਆਫ ਮੈਂਬਰ ਕਿੰਨੇ ਸੀਗੇ, 389 ਯਾਨੀ ਕਿ 399 ਮੈਂਬਰ ਸੀਗੇ। ਜਦੋਂ ਵੰਡ ਹੋਊਗੀ ਸਮ ਆਫ ਦਾ ਮੈਂਬਰ ਵੈਂਟ ਟੂ ਪਾਕਿਸਤਾਨ, ਕੁਛ ਕੁ ਮਤਲਬ ਪਾਕਿਸਤਾਨ ਦੇ ਵਿੱਚ ਗਏ, ਐਂਡ ਦਾ ਨੰਬਰ ਕੇਮ ਡਾਊਨ ਟੂ 299, ਠੀਕ ਆ। ਮਤਲਬ ਕਿ 299 ਆਪਣੇ ਜਿਹੜੇ ਮੈਂਬਰ ਉਹ ਰਹਿ ਗਏ ਸੀ, ਬਾਕੀ ਪਾਕਿਸਤਾਨ ਦੇ ਵਿੱਚ ਚਲੇ ਗਏ। ਤਾਂ ਇਹਨਾਂ ਦੇ ਵਿੱਚੋਂ 229 ਸੀਗੇ ਜਿਹੜੇ ਫਰੋਮ ਬ੍ਰਿਟਿਸ਼ ਪ੍ਰੋਵਿੰਸ ਸੀਗੇ, ਜਿਹੜੇ 70 ਸੀਗੇ ਇਹ ਨੋਮੀਨੇਟਡ ਫਰੋਮ ਦਾ ਪ੍ਰਿੰਸਲੀ ਸਟੇਟਸ। ਤਾਂ ਦੇਖੋ ਪਹਿਲਾਂ 399, ਫਿਰ ਇਹ ਤੋਂ ਬਾਅਦ ਵੰਡ ਹੋਊਗੀ, ਫਿਰ ਇਹ ਤੋਂ ਬਾਅਦ 299 ਇੱਧਰ ਰਹਿ ਗਏ, ਬਾਕੀ ਦੇ ਜਿਹੜੇ ਸੀਗੇ ਇਹ ਪਾਕਿਸਤਾਨ ਦੇ ਵਿੱਚ ਚਲੇ ਗਏ। ਤੇ ਜਿਹੜੇ ਆਹ 299 ਸੀਗੇ ਤੇ ਇਹਨਾਂ ਦੇ ਵਿੱਚੋਂ ਵੀ 229 ਤਾਂ ਬ੍ਰਿਟਿਸ਼ ਪ੍ਰਾਂਤਾਂ ਚੋਂ ਸੀਗੇ ਔਰ ਜਿਹੜੇ 70 ਸੀਗੇ ਤਾਂ ਉਹ ਬਾਕੀ ਆਪਣੇ ਪ੍ਰਿੰਸਲੀ ਸਟੇਟਸ ਦੇ ਵਿੱਚੋਂ ਆਏ ਹੋਏ ਸੀਗੇ। ਇਸ ਤੋਂ ਬਾਅਦ ਦੇਖੋ ਬੱਚੇ ਡਾਕਟਰ ਸਚਦਾਨੰਦ ਸਿਨਹਾ ਫਸਟ ਟੈਂਪਰੇਰੀ ਚੇਅਰਮੈਨ ਆਫ ਦਾ ਕੌਂਸਟੀਟਿਊਐਂਟ ਅਸੈਂਬਲੀ। ਕਲੀਅਰ। ਤਾਂ ਕੌਣ ਬਣੇ ਸੀਗੇ ਫਸਟ ਟੈਂਪਰੇਰੀ ਚੇਅਰਮੈਨ, ਕੌਣ ਬਣੇ ਸੀ ਆਪਣੇ ਡਾਕਟਰ ਸਚਦਾਨੰਦ ਸਿਨਹਾ। ਫਿਰ ਡਾਕਟਰ ਰਜਿੰਦਰ ਪ੍ਰਸਾਦ ਇਲੈਕਟਡ ਦਾ ਪ੍ਰੈਜ਼ੀਡੈਂਟ ਐਂਡ ਇਟ ਇਜ਼ ਵਾਈਸ ਪ੍ਰੈਜ਼ੀਡੈਂਟ ਬਣੇ ਸੀਗੇ ਹਰਿੰਦਰ ਕੁਮਾਰ ਮੁਖਰਜੀ। ਇਹਨੂੰ ਯਾਦ ਰੱਖਣਾ ਬੱਚੇ। BN ਰਾਓ ਵਾਜ਼ ਦਾ ਕੌਂਸਟੀਟਿਊਸ਼ਨਲ ਐਡਵਾਈਜ਼ਰ। ਤਾਂ ਆਪਣੇ ਸੰਵਿਧਾਨ ਦਾ ਸਲਾਹਕਾਰ ਕੌਣ ਸੀਗੇ, BN ਰਾਓ। BN ਰਾਓ ਤੇ MN ਰਾਏ ਨੂੰ ਇਕੱਠਾ ਨਾ ਕਰ ਲਿਓ ਤੁਸੀਂ, ਕਨਫਿਊਜ਼ ਨਾ ਹੋ ਜਾਓ, ਠੀਕ ਆ। ਉਹ ਸੀਗੇ ਜਿਨ੍ਹਾਂ ਨੇ ਮਤਲਬ ਕਿ ਪਹਿਲੀ ਵਾਰੀ ਪ੍ਰਪੋਜ਼ ਕੀਤਾ ਸੀ MN ਰਾਏ ਨੇ 1934 ਦੇ ਵਿੱਚ ਕੌਂਸਟੀਟਿਊਐਂਟ ਅਸੈਂਬਲੀ ਦੇ ਲਈ। BN ਰਾਓ ਉਹ ਨੇ ਜਿਹੜੇ ਆਪਣੇ ਸੰਵਿਧਾਨ ਦੇ ਐਡਵਾਈਜ਼ਰ ਸੀਗੇ, ਠੀਕ ਆ, ਸੰਵਿਧਾਨਿਕ ਐਡਵਾਈਜ਼ਰ ਸੀਗੇ, ਸਲਾਹਕਾਰ। ਤਾਂ ਰਜਿੰਦਰ ਪ੍ਰਸਾਦ ਇਲੈਕਟ ਪ੍ਰੈਜ਼ੀਡੈਂਟ ਹੋਏ ਸੀ, ਵਾਈਸ ਪ੍ਰੈਜ਼ੀਡੈਂਟ ਕੌਣ ਸੀ, ਹਰਿੰਦਰ ਜੀ। ਡਾਕਟਰ ਸਚਦਾਨੰਦ ਸਿਨਹਾ ਬਣੇ ਸੀਗੇ ਫਸਟ ਟੈਂਪਰੇਰੀ ਚੇਅਰਮੈਨ। ਤਾਂ ਅਸੈਂਬਲੀ ਫਸਟ ਮੀਟ ਕਦੋਂ ਹੋਈ ਸੀ, 9 ਦਸੰਬਰ 1946 ਨੂੰ। देयर वाज नो रोल प्लेड बाय द मुस्लिम लीग इन द कॉन्स्टिट्यूएंट असैंबली। बाकी बच्चे तुसीं आ याद रखो। बाकी इन्होंने बॉयकॉट किया दिस मीटिंग साइटिंग देयर डिमांड फॉर पार्टीशन। देखो इस तो बाद 13 दसंबर 1946 ਨੂੰ ਜਵਾਹਰ ਲਾਲ ਨਹਿਰੂ ਨੇ ਇੱਕ ਆਬਜੈਕਟਿਵ ਰੈਜ਼ੋਲੂਸ਼ਨ ਰੱਖਿਆ ਸੀਗਾ ਜਿਹਨੂੰ ਅਸੀਂ ਪ੍ਰੈਂਬਲ ਦੇ ਰੂਪ ਦੇ ਵਿੱਚ ਬਾਅਦ ਦੇ ਵਿੱਚ ਦੇਖਿਆ। ਤਾਂ ਨੈਸ਼ਨਲ ਫਲੈਗ ਆਪਣੇ ਦੇਸ਼ ਦਾ 22 ਜੁਲਾਈ 1947 ਨੂੰ ਅਡਾਪਟ ਕੀਤਾ ਔਰ 24 ਜਨਵਰੀ 1950 ਨੂੰ ਜਨ ਗਨ ਮਨ ਅਸੀਂ ਜਿਹੜਾ ਕਿ ਸਾਡਾ ਨੈਸ਼ਨਲ ਐਂਥਮ ਆ ਇਹਨੂੰ ਅਸੀਂ ਅਡਾਪਟ ਕੀਤਾ। ਤਾਂ ਦੇਖੋ ਬੱਚੇ ਨਾਲੇ ਤਾਂ ਤੁਹਾਡੇ MCQ ਕਲੀਅਰ ਹੋ ਰਹੇ ਆ ਔਰ ਨਾਲ ਹੀ ਉਹਨਾਂ ਦੇ ਨਾਲ ਜਿੰਨੇ ਜੁੜੇ ਇੰਪੋਰਟੈਂਟ ਫੈਕਟ ਆ ਉਹ ਤੁਹਾਨੂੰ ਆਪਾਂ ਕਲੀਅਰ ਕਰਵਾ ਰਹੇ ਹਾਂ। ਹੋਪਸੋ ਤੁਹਾਨੂੰ ਇਹ ਬਿਲਕੁਲ ਸਮਝ ਆ ਰਿਹਾ ਹੋਊਗਾ। ਬਾਕੀ ਬੱਚੇ ਜਿਹੜੀਆਂ ਕਮੇਟੀਜ਼ ਬਣੀਆਂ ਸੀਗੀਆਂ ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਤਾਂ ਉਹਨਾਂ ਨੂੰ ਵੀ ਇੱਕ ਵਾਰ ਤੋਂ ਆਪਾਂ ਆਪਣੇ ਨਜ਼ਰ ਦੇ ਥਰੂ ਕਰ ਲੈਣਾ ਤਾਂ ਜੋ ਜਦੋਂ ਆਪਾਂ ਨੂੰ ਆਪਸ਼ਨ ਦਿਖੇ ਦੈਨ ਤੁਹਾਡੇ ਦਿਮਾਗ ਦੇ ਵਿੱਚ ਹਿੱਟ ਹੋਣਾ ਚਾਹੀਦਾ ਕਿ ਆਹ ਚੀਜ਼ ਅਸੀਂ ਬਕਾਇਦਾ ਪੜ੍ਹੀ ਹੋਈ ਆ ਔਰ ਇਹਦਾ ਆਨਸਰ ਇਹ ਵਾਲਾ ਹੋਊਗਾ। ਬਾਕੀ ਜਿਨ੍ਹਾਂ ਨੇ ਹਾਲੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੱਚੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਕਰੋ ਔਰ ਅੱਗੇ ਆਪਣੇ ਫਰੈਂਡਸ ਦੇ ਨਾਲ ਇਹਨੂੰ ਸਾਂਝਾ ਜ਼ਰੂਰ ਕਰਨਾ। देखो बच्चे यूनियन पावर कमेटी ਦੇ ਪ੍ਰੈਜ਼ੀਡੈਂਟ ਕੌਣ ਸੀਗੇ, ਜਵਾਹਰ ਲਾਲ ਨਹਿਰੂ ਸੀਗੇ। ਠੀਕ ਹੈ, यूनियन कॉन्स्टिट्यूशन कमेटी ਦੇ ਪ੍ਰੈਜ਼ੀਡੈਂਟ अभी जवाहर लाल नेहरू ਸੀਗੇ।
ਔਰ ਇਸ ਤੋਂ ਬਾਅਦ ਪ੍ਰੋਵਿੰਸ਼ੀਅਲ ਜਿਹੜੀ ਕਮੇਟੀ ਸੀ ਉਹਨਾਂ ਦੇ ਕੌਣ ਸੀਗੇ, ਸਰਦਾਰ ਵੱਲਭ ਭਾਈ ਪਟੇਲ ਜੀ। ਡਰਾਫਟਿੰਗ ਕਮੇਟੀ ਦੇ ਕੌਣ ਸੀਗੇ, ਡਾਕਟਰ ਅੰਬੇਦਕਰ ਜੀ। ਔਰ ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ ਮਿਨੋਰਟੀ ਐਂਡ ਟਰਾਈਬਲ ਦੇ ਵਿੱਚ ਸੀਗੇ ਜਿਹੜੇ, ਉਹਨਾਂ ਦੇ ਕੌਣ ਸੀਗੇ, ਸਰਦਾਰ ਵੱਲਭ ਭਾਈ ਪਟੇਲ। ਬਾਕੀ ਅੱਗੇ ਇਹਨਾਂ ਦੇ ਅਧੀਨ ਸਬ ਕਮੇਟੀ ਸੀਗੀਆਂ, ਜਿਵੇਂ ਕਿ ਫੰਡਾਮੈਂਟਲ ਰਾਈਟ ਸਬ ਕਮੇਟੀ, ਇਹਦੇ ਹੈੱਡ JB ਕਿਰਪਲਾਨੀ ਸੀਗੇ। ਮਿਨੋਰਟੀ ਸਬ ਕਮੇਟੀ HC ਮੁਖਰਜੀ। ਨਾਰਥ ਈਸਟ ਫਰੰਟੀਅਰ ਟਰਾਈਬਲ ਏਰੀਆ, ਠੀਕ ਆ, ਤਾਂ ਇਹਦੇ 'ਚ ਗੋਪੀਨਾਥ। ਬਾਕੀ ਬੱਚੇ ਤੁਸੀਂ ਆਹ ਦੇਖ ਸਕਦੇ ਹੋ। ਬਾਕੀ ਰੂਲ ਪ੍ਰੋਸੀਜਰ ਕਮੇਟੀ ਡਾਕਟਰ ਰਜਿੰਦਰ ਪ੍ਰਸਾਦ। ਸਟੇਟਸ ਕਮੇਟੀ ਫॉर ਨੈਗੋਸ਼ੀਏਟਿੰਗ ਵਿਦ ਸਟੇਟਸ ਜਵਾਹਰ ਲਾਲ ਨਹਿਰੂ, ਠੀਕ ਆ। ਬਾਕੀ ਇਹ ਜਿਹੜੀਆਂ ਕਮੇਟੀਜ਼ ਨੇ ਤੁਸੀਂ ਬੱਚੇ ਇਹਨਾਂ ਦਾ ਸਕਰੀਨਸ਼ਾਟ ਕਰਨਾ, ਸਕਰੀਨਸ਼ਾਟ ਕਰ ਸਕਦੇ ਹੋ, ਬਹੁਤ ਇੰਪੋਰਟੈਂਟ ਆ। ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣ ਦੇ ਚਾਂਸ ਇਹਨਾਂ ਦੇ 95% ਤਕਰੀਬਨ ਹੈਗੇ ਆ। ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਬਾਈ ਵਿਚ ਆਫ ਦਾ ਫੋਲੋਇੰਗ ਐਕਟਸ ਵਾਜ਼ ਦਾ ਫੈਡਰਲ ਕੋਰਟ ਇਨ ਇੰਡੀਆ ਕ੍ਰੀਏਟਡ। ਦੇਖੋ ਬੱਚੇ, ਇਹਦੇ 'ਚ ਕਹਿੰਦੇ ਆ ਵੀ ਕਿਹੜਾ ਐਕਟ ਸੀ ਜਿਹਦੇ ਨਾਲ ਫੈਡਰਲ ਕੋਰਟ ਭਾਰਤ ਦੇ ਵਿੱਚ ਬਣਾਈ ਗਈ ਸੀ। ਇੰਡੀਅਨ ਕਾਉਂਸਲ ਐਕਟ 1861 ਦਾ, ਗਵਰਨਮੈਂਟ ਆਫ ਇੰਡੀਆ ਐਕਟ 1909, 1919 ਦਾ ਐਕਟ, ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ। ਤਾਂ ਬੱਚੇ ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਹੈਗਾ D, ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ ਜਿਹਦੇ ਨਾਲ ਫੈਡਰਲ ਕੋਰਟ ਬਣੀ ਸੀ। ਤਾਂ ਹੁਣ ਦੇਖੋ ਇਹਦੇ ਬਾਰੇ ਆਪਾਂ ਜਿਹੜੇ ਫੈਕਟ ਨੇ ਗੱਲ ਕਰੀਏ। ਜੁਡੀਸ਼ਰੀ ਕੀ ਹੁੰਦਾ ਵੀ ਜਿੱਥੇ ਕਿ ਨਿਆਂ ਕੀਤੇ ਜਾਂਦੇ ਆ। ਤਾਂ ਆਪਣੇ ਸੰਵਿਧਾਨ ਦੇ ਇਹ ਕਿਹੜੇ ਭਾਗ ਦੇ ਵਿੱਚ ਆ, ਇਹ ਭਾਗ ਹੈਗੀ ਆ 5ਵੇਂ ਦੇ ਵਿੱਚ। ਔਰ ਜੇ ਆਰਟੀਕਲ ਦੀ ਗੱਲ ਕਰੀਏ, ਇੱਕ ਤਾਂ ਹੈਗੀ ਆਪਣੇ ਸੁਪਰੀਮ ਕੋਰਟ ਦੇ ਆਰਟੀਕਲ 124 ਤੋਂ ਲੈ ਕੇ 147 ਤੱਕ ਨੇ। ਔਰ ਇਸ ਤੋਂ ਬਾਅਦ ਹਾਈ ਕੋਰਟ ਆਉਂਦੀ ਆ, ਹਾਈ ਕੋਰਟ ਦੇ 214 ਤੋਂ ਲੈ ਕੇ 232 ਤੱਕ ਆ। ਇਸ ਤੋਂ ਨੀਚੇ ਡਿਸਟ੍ਰਿਕਟ ਕੋਰਟ ਆਉਂਦੀ ਆ, ਇਹਦੇ 'ਚ 233 ਤੋਂ ਲੈ ਕੇ 237 ਤੱਕ ਆ। ਦੇਖੋ ਬੱਚੇ, ਆਹ ਦੋਨੋਂ ਨੇ ਜਿਹੜੀਆਂ ਇਹ ਆਪਣੇ ਭਾਗ 6ਵੇਂ ਦੇ ਵਿੱਚ ਆਉਂਦੀਆਂ ਨੇ, ਠੀਕ ਆ। ਔਰ ਜਿਹੜੀ ਆਪਣੀ ਸੁਪਰੀਮ ਕੋਰਟ ਆ ਇਹ ਇਕੱਲੇ ਆਪਣੇ ਭਾਗ 5ਵੇਂ ਦੇ ਵਿੱਚ ਆਉਂਦੀ ਆ। ਤਾਂ ਜਿਹੜੀ ਡਿਸਟ੍ਰਿਕਟ ਕੋਰਟ ਆ ਇਹ ਹਾਈ ਕੋਰਟ ਦੇ ਅਧੀਨ ਹੁੰਦੀ ਆ ਔਰ ਹਰੇਕ ਡਿਸਟ੍ਰਿਕਟ ਦੀ ਅਲੱਗ ਹੁੰਦੀ ਆ। ਜਿਹੜੀ ਹਾਈ ਕੋਰਟ ਆ ਇਹ ਹਰੇਕ ਸਟੇਟ ਦੀ ਅਲੱਗ ਵੀ ਹੋ ਸਕਦੀ ਆ, ਇੱਕ ਤੋਂ ਜ਼ਿਆਦਾ ਸਟੇਟਸ ਦੀ ਸਾਂਝੀ ਵੀ ਹੋ ਸਕਦੀ ਆ, ਜਿਵੇਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਾਂਝੀ ਕਾਮਨ ਕੋਰਟ ਆ, ਠੀਕ ਆ। ਚਲੋ ਤਾਂ ਹੁਣ ਬੱਚੇ ਇਹਨਾਂ ਦੇ ਬਾਰੇ ਆਪਾਂ ਜਿਹੜੇ ਫੈਕਟ ਨੇ ਉਹਨਾਂ ਨੂੰ ਦੇਖ ਲਈਏ, ਡਿਸਕਸ ਕਰ ਲੈਂਦੇ ਹਾਂ ਤੁਹਾਡੇ ਨਾਲ। ਤਾਂ ਦੇਖੋ ਹੁਣ ਗੱਲ ਆਈ ਫੈਡਰਲ ਕੋਰਟ, ਇੱਧਰ ਆਪਾਂ ਗੱਲ ਕਰਦੇ ਹਾਂ ਫਸਟ ਕੋਰਟ। ਹੁਣ ਦੇਖੋ ਜਿਹੜੀ ਤਾਂ ਫੈਡਰਲ ਕੋਰਟ ਆ ਇਹਦੇ ਬਾਰੇ ਆਪਾਂ ਫੇਰ ਦੇਖਦੇ ਹਾਂ। ਪਹਿਲਾਂ ਆਪਾਂ ਗੱਲ ਕਰਦੇ ਹਾਂ ਫਸਟ ਕੋਰਟ ਦੀ। ਤਾਂ ਜਿਹੜੀ ਫਸਟ ਕੋਰਟ ਬਣੀ ਸੀ ਇਹ ਬਣੀ ਸੀ ਰੈਗੂਲੇਟਿੰਗ ਐਕਟ 1773 ਦੇ ਅਧੀਨ। ਤੇ ਬਣੀ ਕਦੋਂ ਸੀ ਇਹ ਬਣੀ ਸੀ 1774 ਦੇ ਵਿੱਚ, ਠੀਕ ਆ। ਔਰ ਕਿੱਥੇ ਬਣੀ ਸੀ, ਕਲਕੱਤੇ ਇਹ ਬਣੀ ਸੀ। ਔਰ ਇਹਦੇ 'ਚ ਜੱਜਸ ਦੀ ਸੰਖਿਆ 1+7, ਜਾਣੀ ਕਿ ਆ ਚੀਫ ਹੋ ਗਿਆ, 7 ਹੋਰ ਜੱਜ, ਟੋਟਲ 8 ਜੱਜ ਇਹਨਾਂ ਦੀ ਗਿਣਤੀ ਸੀ ਜਦੋਂ ਇਹ ਬਣੀ ਸੀ। ਕਲੀਅਰ। ਹੁਣ ਬੱਚੇ ਫੈਡਰਲ ਕੋਰਟ ਆ ਜਿਹੜਾ ਇਹਦੇ ਬਾਰੇ ਵੀ ਕੁਝ ਫੈਕਟ ਦੇਖ ਲਓ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਕਿ ਫੈਡਰਲ ਕੋਰਟ ਤੇ ਕਿਤੇ ਫਸਟ ਕੋਰਟ ਆ ਜਿਹੜੀ ਉਹ ਇੱਕ ਹੀ ਕੋਰਟ ਆ। ਤਾਂ ਇਹ ਬਣੀ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਥਰੂ। ਉਹਦੇ 'ਚ ਤਾਂ ਹੀ ਆਪਾਂ D ਆਪਸ਼ਨ ਲਾਈਏ ਕਿਉਂਕਿ ਉਹਨਾਂ ਦੇ ਵਿੱਚ 1935 ਆਪਾਂ ਨੂੰ ਨਹੀਂ ਦਿੱਤਾ ਹੋਇਆ। ਤਾਂ ਇਹ ਬਣੀ ਕਦੋਂ ਸੀ, 1937 ਦੇ ਵਿੱਚ। ਦੇਖੋ ਇਹ ਐਕਟ ਦੇ 2 ਸਾਲ ਬਾਅਦ ਬਣੀ ਆ, ਇਹ ਐਕਟ ਤੋਂ 1 ਸਾਲ ਬਾਅਦ ਬਣੀ ਸੀ, ਠੀਕ ਆ। ਤਾਂ ਇਸ ਤੋਂ ਬਾਅਦ 28 ਜਨਵਰੀ 1950 ਨੂੰ ਸੰਵਿਧਾਨ ਆਪਣਾ 26 ਜਨਵਰੀ ਨੂੰ ਲਾਗੂ ਹੋ ਗਿਆ ਸੀ। ਸੰਵਿਧਾਨ ਬਣਨ ਤੋਂ 2 ਦਿਨ ਬਾਅਦ ਫੈਡਰਲ ਕੋਰਟ ਦਾ ਹੀ ਰੀਨੇਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਹਦਾ ਨਾਮ ਰੱਖ ਦਿੱਤਾ ਗਿਆ ਸੁਪਰੀਮ ਕੋਰਟ, ਠੀਕ ਆ। ਤਾਂ ਰੱਖ ਦਿੱਤਾ ਗਿਆ। ਤਾਂ ਉਸ ਟਾਈਮ ਇਹਦੇ ਵੀ 1+7 = 8 ਜੱਜ ਇਹਨਾਂ ਦੀ ਸੰਖਿਆ ਹੁੰਦੀ ਸੀ। ਕਲੀਅਰ ਆ। ਤਾਂ ਬੱਚੇ ਇਹ ਫੈਕਟ ਸੀਗਾ ਜਿਹੜਾ ਤੁਸੀਂ ਇਹਨੂੰ ਯਾਦ ਰੱਖਣਾ। ਬਾਕੀ ਇਹਦੇ ਬਾਰੇ ਜੁਡੀਸ਼ਰੀ ਦੇ ਬਾਰੇ ਆਪਾਂ ਇਹ ਵੀ ਸੈਪਰੇਟ ਵੀਡੀਓ ਰੱਖਾਂਗੇ। ਤਾਂ ਤੁਸੀਂ ਆ ਇੱਥੋਂ ਦੇਖ ਸਕਦੇ ਹੋ ਵੀ ਰੈਗੂਲੇਟਿੰਗ ਐਕਟ 1773 ਸੀਗਾ, ਇਹਦੇ ਨਾਲ ਸੁਪਰੀਮ ਕੋਰਟ ਬਣੀ ਸੀਗੀ ਤੇ ਕਲਕੱਤੇ ਕੋਰਟ ਆਫ ਰਿਕਾਰਡ ਵਿਦ ਫੁੱਲ ਪਾਵਰ ਐਂਡ ਅਥਾਰਟੀ, ਠੀਕ ਆ। ਤਾਂ ਇੱਥੇ ਕੰਪਲੇਂਟਸ ਐਂਡ ਕ੍ਰਾਈਮਸ ਸੀਗੇ ਜਿਹੜੇ ਕਿੱਥੋਂ ਦੇ ਦੇਖੇ ਜਾਂਦੇ ਸੀ, ਬੰਗਾਲ, ਬਿਹਾਰ ਐਂਡ ਉੜੀਸਾ। ਬਾਕੀ ਜਿਹੜੀਆਂ ਮਦਰਾਸ ਤੇ ਬੰਬੇ ਦੇ ਵਿੱਚ ਬਣੀਆਂ ਸੀ ਉਹ ਕਿਹਨੇ ਬਣਵਾਈਆਂ ਸੀਗੀਆਂ, ਕਿੰਗ ਜਾਰਜ 3rd ਨੇ 1800 ਦੇ ਵਿੱਚ ਮਦਰਾਸ, 1823 ਦੇ ਵਿੱਚ ਬੰਬੇ ਦੇ ਵਿੱਚ ਬਣੀ ਸੀ। ਤਾਂ ਜਿਹੜੀ ਫੈਡਰਲ ਕੋਰਟ ਆਫ ਇੰਡੀਆ ਅੰਡਰ ਦਾ ਗਵਰਨਮੈਂਟ ਆਫ ਇੰਡੀਆ ਐਕਟ 1935 ਜਿਹੜਾ ਕਿ ਆਪਣੀ ਕੁਐਸਚਨ ਦੀ ਡਿਮਾਂਡ ਸੀ ਉਹ ਆਪਾਂ ਹਾਈਲਾਈਟ ਕੀਤਾ ਹੋਇਆ। ਤਾਂ ਇੱਥੇ ਕੀ ਹੁੰਦਾ ਸੀ ਵੀ ਸੋਲਵ ਡਿਸਪਿਊਟ ਬਿਟਵੀਨ ਪ੍ਰੋਵਿੰਸ ਐਂਡ ਫੈਡਰਲ ਸਟੇਟਸ ਐਂਡ ਹੀਅਰ ਅਪੀਲ ਅਗੇਂਸਟ ਜਜਮੈਂਟਸ ਫਰੋਮ ਦਾ ਹਾਈ ਕੋਰਟਸ। ਸੁਪਰੀਮ ਕੋਰਟ ਅੰਡਰ ਪਾਰਟ 5 ਦਾ ਯੂਨੀਅਨ ਐਂਡ ਚੈਪਟਰ 6 ਦਾ ਯੂਨੀਅਨ ਜੁਡੀਸ਼ਰੀ, ਆਰਟੀਕਲ 124 ਤੋਂ ਲੈ ਕੇ 147 ਭਾਗ 5ਵਾਂ। ਕਲੀਅਰ ਆ। ਚਲੋ ਬੱਚੇ ਇਹਦੇ ਬਾਰੇ ਆਪਾਂ ਹੁਣ
ਤੁਹਾਨੂੰ ਮੈਂ ਹੋਰ ਫੈਕਟ 2-4 ਕਰਾ ਦਿੰਦਾ ਇਹਦੇ ਬਾਰੇ। ਤਾਂ ਜੇ ਆ ਤੁਸੀਂ ਨੋਟ ਕਰ ਲਿਆ ਹੋਊਗਾ ਬੱਚੇ, ਦੈਨ ਮੈਨੂੰ ਅਰੇਜ਼ ਕਰਨ ਲੱਗਿਆ ਤੁਸੀਂ ਨੋਟ ਕਰ ਹੀ ਲਿਆ ਹੋਊਗਾ। ਤਾਂ ਦੇਖੋ ਹੁਣ ਬੱਚੇ ਇੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਓਥ ਕੀ ਹੁੰਦੀ ਹੈ, ਸਹੁੰ। ਠੀਕ ਹੈ, ਇੱਥੇ ਲਿਖੂੰਗਾ ਮੈਂ ਸੁਪਰੀਮ ਕੋਰਟ, ਇੱਥੇ ਨੀਚੇ ਲਿਖੂੰਗਾ ਹਾਈ ਕੋਰਟ। ਤਾਂ ਸੁਪਰੀਮ ਕੋਰਟ ਦੇ ਵਿੱਚ ਕੌਣ 2 ਤਰ੍ਹਾਂ ਦੇ ਜੱਜ ਹੁੰਦੇ ਆ ਨਾ, ਇੱਕ ਹੁੰਦਾ CGI ਜਾਣੀ ਕਿ ਸਭ ਤੋਂ ਵੱਡਾ ਜੱਜ, ਔਰ ਬਾਕੀ ਹੁੰਦੇ ਨੇ ਉੱਥੇ ਜੱਜ। ਠੀਕ ਆ, ਜਿਹੜਾ ਤਾਂ CGI ਹੁੰਦਾ ਤਾਂ ਇਹਨੂੰ ਤਾਂ ਸਹੁੰ ਖਵਾਉਂਦੇ ਨੇ ਖੁਦ ਪ੍ਰੈਜ਼ੀਡੈਂਟ। ਠੀਕ ਆ, ਜਾਂ ਮਤਲਬ ਕਿਸੇ ਨੂੰ ਅਪੋਇੰਟ ਵੀ ਕਰ ਸਕਦੇ ਆ। ਬਾਕੀ ਫਿਰ ਜਿਹੜੇ ਬਾਕੀ ਜੱਜ ਹੁੰਦੇ ਆ ਇਹਨਾਂ ਨੂੰ ਜਿਹੜੀ ਸਹੁੰ ਖਵਾਉਣ ਦਾ ਕੰਮ ਕਰਦੇ ਨੇ ਉਹ CGI ਹੁੰਦੇ ਆ, ਜਿਹੜੇ ਉਹ ਸਹੁੰ ਖਵਾਉਣ ਦਾ ਕੰਮ ਕਰਦੇ ਆ। ਤਾਂ ਐਵੇਂ ਹਾਈ ਕੋਰਟ ਦੇ ਵਿੱਚ ਵੀ ਸੇਮ ਪ੍ਰੋਸੀਜਰ ਹੁੰਦਾ। ਤਾਂ ਇੱਥੇ ਵੀ ਸਾਨੂੰ ਪਤਾ ਵੀ 2 ਤਰ੍ਹਾਂ ਦੇ ਹੁੰਦੇ ਆ। ਤਾਂ ਇੱਕ ਇੱਥੇ ਵੀ ਚੀਫ ਹੋਏਗਾ ਔਰ ਇੱਕ ਬਾਕੀ ਜੱਜ ਹੋਣਗੇ। ਜਿਹੜਾ ਚੀਫ ਹੋਊਗਾ ਉਹਨਾਂ ਨੂੰ ਤਾਂ ਗਵਰਨਰ ਸਟੇਟ ਦੇ, ਔਰ ਜਿਹੜੇ ਜੱਜ ਨੇ ਉਹਨਾਂ ਨੂੰ ਫਿਰ ਇੱਥੋਂ ਦੇ ਜਿਹੜੇ ਚੀਫ ਹੋਣਗੇ ਤਾਂ ਉਹ ਉਹਨਾਂ ਨੂੰ ਓਥ ਚੁਕਾਉਣਗੇ। ਤਾਂ ਸਹੁੰ ਨੂੰ ਲੈ ਕੇ ਤਾਂ ਬੱਚੇ ਤੁਹਾਨੂੰ ਬਿਲਕੁਲ ਕਲੀਅਰ ਹੋ ਗਿਆ ਹੋਊਗਾ। ਸਹੁੰ 2 ਤਰ੍ਹਾਂ ਨਾਲ ਖਵਾਈ ਜਾਂਦੀ ਆ। ਜਿਹੜਾ ਸਭ ਤੋਂ ਮੁੱਖ ਹੁੰਦਾ ਸਟੇਟ ਦੇ ਵਿੱਚ ਉਹਨੂੰ ਗਵਰਨਰ ਖਵਾਊਗਾ, ਔਰ ਸੁਪਰੀਮ ਕੋਰਟ ਦੇ ਵਿੱਚ ਪ੍ਰੈਜ਼ੀਡੈਂਟ ਜਾਂ ਫਿਰ ਉਹਨਾਂ ਦੇ ਦੁਆਰਾ ਅਪੋਇੰਟ ਕੀਤਾ ਕੋਈ ਬੰਦਾ ਖਵਾਊਗਾ। ਔਰ ਜਿਹੜੇ ਬਾਕੀ ਜੱਜ ਨੇ ਉਹਨਾਂ ਨੂੰ ਫਿਰ ਜਿਹੜਾ ਮੁੱਖ ਜੱਜ ਹੋਊਗਾ ਉਹ ਆਪੇ ਸਹੁੰ ਖਵਾ ਦਿੰਦਾ। ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਕਾਰਜਕਾਲ ਦੀ ਜਾਂ ਫਿਰ ਇਹਨਾਂ ਦੇ ਟਨਿਓਰ ਦੀ। ਚਾਹੇ ਗੱਲ ਹੋਵੇ ਹਾਈ ਕੋਰਟ ਦੀ, ਚਾਹੇ ਗੱਲ ਹੋਵੇ ਸੁਪਰੀਮ ਕੋਰਟ ਦੀ, ਇਹਨਾਂ ਦਾ ਟਨਿਓਰ ਨਾਟ ਫਿਕਸ। ਟਨਿਓਰ ਤੋਂ ਯਾਦ ਆਇਆ ਬੱਚੇ, ਤਾਂ ਤੁਸੀਂ ਅੱਜ ਨਿਊਜ਼ ਦੇਖੀ ਹੋਊਗੀ ਕਿ ਪਟਵਾਰੀ ਆਪਣੇ 1700 ਪਟਵਾਰੀ ਹੀ ਕੰਮ ਕਰ ਰਿਹਾ ਸਟੇਟ ਦੇ ਵਿੱਚ, ਅਤੇ ਜਿਹੜੇ 800 ਹਜੇ ਮਤਲਬ ਕਿ ਉਹ ਅੰਡਰ ਟ੍ਰੇਨਿੰਗ ਨੇ। ਟ੍ਰੇਨਿੰਗ ਉਹਨਾਂ ਦੀ ਤਕਰੀਬਨ 6 ਮਹੀਨਿਆਂ ਦੀ ਪਈ ਹੋਊਗੀ ਇਹ ਤਾਂ। ਠੀਕ ਆ, ਤਾਂ ਉਹ ਹਜੇ ਕੰਮ ਕਰਨਗੇ। ਤਾਂ ਸ਼ਾਰਟੇਜ ਕਰਕੇ ਜਿਹੜੀ 65 ਸਾਲ ਦੀ ਸੀਗੀ ਆਪਣੇ ਰਿਟਾਇਰ ਹੋਣ ਦੀ ਏਜ, ਉਹਨੂੰ 2 ਸਾਲ ਇਨਕਰੀਜ਼ ਕਰਕੇ 67 ਸਾਲ ਕਰ ਦਿੱਤਾ ਗਿਆ ਫਿਲਹਾਲ ਦੀ। ਤਾਂ ਤੁਸੀਂ ਨਿਊਜ਼ ਉਹਨੂੰ ਦੇਖ ਵੀ ਸਕਦੇ ਹੋ, ਜਿਨ੍ਹਾਂ ਨੂੰ ਮਤਲਬ ਕਿ ਜ਼ਿਆਦਾ ਚੱਸ ਹੁੰਦੀ ਹੈ ਇਹ ਚੀਜ਼ ਦੇਖਣ ਦੀ, ਤਾਂ ਉਹਨੂੰ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਿਓ। ਪੰਜਾਬ ਦੇ ਵਿੱਚ ਪਟਵਾਰੀ, ਪੰਜਾਬ ਪਟਵਾਰੀ ਗੂਗਲ ਕਰ ਲਿਓ, ਨਿਊਜ਼ ਤਾਂ ਤੁਹਾਨੂੰ ਆਪਣੇ ਸਾਹਮਣੇ ਆ ਜੂਗੀ। ਦੇਖੋ ਬੱਚੇ ਹੁਣ ਇਸ ਤੋਂ ਬਾਅਦ ਮੈਕਸੀਮਮ ਏਜ ਸੁਪਰੀਮ ਕੋਰਟ ਦੇ ਵਿੱਚ 65, ਹਾਈ ਕੋਰਟ ਦੇ ਵਿੱਚ 62। ਠੀਕ ਆ, ਹੁਣ ਜੇ ਗੱਲ ਕਰੀਏ ਆਪਾਂ ਘੱਟੋ ਘੱਟ ਦੀ, ਤਾਂ ਮਿਨੀਮਮ ਏਜ ਸੁਪਰੀਮ ਕੋਰਟ ਐਂਡ ਹਾਈ ਕੋਰਟ ਦੋਨਾਂ ਦੇ ਵਿੱਚ ਹੀ ਕੋਈ ਵੀ ਨੋਟ ਫਿਕਸ ਹੈ ਨਹੀਂ, ਮਤਲਬ ਕਿ ਫਿਕਸ ਹੈ ਨਹੀਂ। ਠੀਕ ਆ, ਤਾਂ ਇਹ ਚੀਜ਼ ਯਾਦ ਰੱਖਣੀ ਆ। ਔਰ ਜੇ ਸੈਲਰੀ ਦੀ ਗੱਲ ਕਰੀਏ, ਸੈਲਰੀ ਸੁਪਰੀਮ ਕੋਰਟ ਦੇ ਵਿੱਚ ਜੱਜ ਨੇ ਜਿਹੜੇ CGI ਚਾਹੇ ਅਦਰ, ਦੋਨਾਂ ਨੂੰ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਜਾਂਦੀ ਆ। ਔਰ ਜਿਹੜੇ ਹਾਈ ਕੋਰਟ ਦੇ ਵਿੱਚ ਚੀਫ ਤੇ ਅਦਰ ਨੇ ਉਹਨਾਂ ਨੂੰ ਕੰਸੋਲੀਡੇਟਡ ਫੰਡ ਆਫ ਸਟੇਟ ਦੇ ਵਿੱਚੋਂ ਜਾਂਦੀ ਆ। ਤਾਂ ਕੰਸੋਲੀਡੇਟਡ ਫੰਡ ਸਟੇਟ ਦੇ ਇੰਡੀਆ ਦੇ ਦੋਨਾਂ ਦੇ ਵਿੱਚੋਂ ਅੱਡ ਅੱਡ ਇਹਨਾਂ ਨੂੰ ਤਨਖਾਹ ਮਿਲਦੀ ਆ। ਪਰ ਹਾਈ ਕੋਰਟ ਦੇ ਜਿਹੜੇ ਵੀ ਸਾਰੇ ਜੱਜ ਨੇ ਉਹਨਾਂ ਨੂੰ ਪੈਨਸ਼ਨ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਮਿਲਦੀ ਆ। ਤਾਂ ਇਹਨਾਂ ਦਾ ਐਕਸੈਪਸ਼ਨਲ ਜਿਹਾ ਪੁਆਇੰਟ ਆ ਵੀ ਤਨਖਾਹ ਤਾਂ ਇਹਨਾਂ ਨੂੰ ਅੱਡ ਅੱਡ ਸਟੇਟ ਦੇ ਉਹਦੇ ਤੋਂ ਕੰਸੋਲੀਡੇਟਡ ਫੰਡ 'ਚੋਂ ਮਿਲਦੀ ਆ। ਪਰ ਜੇ ਪੈਨਸ਼ਨ ਦੀ ਗੱਲ ਆ ਜੇ ਚਾਹੇ ਹਾਈ ਕੋਰਟ ਦੇ ਨੇ, ਦੈਨ ਉਹਨਾਂ ਨੂੰ ਪੈਨਸ਼ਨ ਆ ਜਿਹੜੀ ਉਹ ਵੀ ਮਤਲਬ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਹੀ ਦਿੱਤੀ ਜਾਂਦੀ ਆ। ਠੀਕ ਆ, ਬਾਕੀ ਜੇ ਇਹਨਾਂ ਨੂੰ ਹਟਾਉਣ ਦੀ ਗੱਲ ਕਰੀਏ, ਇਹਨਾਂ ਦੇ ਰਿਮੂਵਲ ਦੀ ਗੱਲ ਕਰੀਏ, ਰਿਮੂਵਲ ਆਫ ਜੱਜਸ ਐਂਡ ਦਾ ਸੁਪਰੀਮ ਕੋਰਟ ਤੇ ਚਾਹੇ ਹਾਈ ਕੋਰਟ ਆ, ਤਾਂ ਮਤਲਬ ਕਿ ਰਿਮੂਵ ਕੌਣ ਕਰ ਸਕਦਾ ਇਹਨਾਂ ਨੂੰ? ਰਿਮੂਵ ਬਾਏ ਰਾਸ਼ਟਰਪਤੀ। ਪਰ ਇੱਥੇ ਇੱਕ ਪੁਆਇੰਟ ਜ਼ਰੂਰੀ ਆ, ਆਹ ਚੀਜ਼ ਨਾਲ ਯਾਦ ਰੱਖਣੀ ਆ, ਐਡਵਾਈਸ ਔਨ ਪਾਰਲੀਮੈਂਟ, ਜਾਣੀ ਕਿ ਸੰਸਦ ਦੀ ਸਲਾਹ 'ਤੇ ਇਹ ਜ਼ਰੂਰੀ ਆ। ਠੀਕ ਆ, ਮਤਲਬ ਕਿਸੇ ਵੀ ਹਾਊਸ ਦੇ ਵਿੱਚ ਸ਼ੁਰੂ ਕੀਤਾ ਜਾ ਸਕਦਾ, ਚਾਹੇ ਲੋਕ ਸਭਾ ਦੇ ਵਿੱਚੋਂ ਚਾਹੇ ਰਾਜ ਸਭਾ ਦੇ ਵਿੱਚੋਂ। ਜੇ ਤਾਂ ਹੁਣ ਕੀਤਾ ਜਾ ਰਿਹਾ ਹੈ ਲੋਕ ਸਭਾ ਦੇ ਵਿੱਚੋਂ, ਤਾਂ ਲੋਕ ਸਭਾ ਦੇ ਵਿੱਚ ਮੈਂਬਰਾਂ ਦੀ MPs ਦੀ ਗਿਣਤੀ ਜ਼ਿਆਦਾ ਹੁੰਦੀ ਆ, ਤਾਂ ਇੱਥੇ 100 MP ਦੇ ਸਾਈਨ ਨੇ ਜਿਹੜੇ ਕੰਪਲਸਰੀ ਹੁੰਦੇ ਆ। ਰਾਜ ਸਭਾ ਦੇ ਵਿੱਚ ਗਿਣਤੀ ਘੱਟ ਹੁੰਦੀ ਆ, ਉੱਥੇ ਸਾਈਨ ਵੀ ਤਕਰੀਬਨ 50 ਮੈਂਬਰਾਂ ਦੇ ਸਾਈਨ ਦੇ ਨਾਲ ਕੰਮ ਚੱਲ ਜਾਂਦਾ। ਫਿਰ ਇਸ ਤੋਂ ਬਾਅਦ ਇੱਕ ਗੱਲ ਯਾਦ ਰੱਖਿਓ ਵੀ ਐਵੇਂ ਹਟਿਆ ਕੋਈ ਨਹੀਂ ਹੈਗਾ। ਜਿਹਦੇ 'ਤੇ ਵੀ ਇਹ ਕੁਛ ਹੋ ਗਿਆ ਉਹਨਾਂ ਨੇ ਅਸਤੀਫਾ ਪਹਿਲਾਂ ਹੀ ਦੇ ਕੇ, ਮਤਲਬ ਕਿ 1993 ਦੇ ਵਿੱਚ ਪਹਿਲਾਂ ਹੀ ਹੋ ਗਿਆ ਸੀ ਇਹ। ਠੀਕ ਆ, ਜਿਹਦੇ ਵਿੱਚ ਇਹ ਸ਼ੁਰੂ ਹੋ ਰਿਹਾ ਹੁੰਦਾ ਮਤਲਬ ਕਿ ਇੰਟਰੋਡਿਊਸ ਕੀਤਾ ਜਾਊਗਾ, ਤਾਂ ਉਹਦੇ 'ਚ ਇੱਕ ਕਮੇਟੀ ਬਣਦੀ ਆ CGI, ਜਾਂ ਫਿਰ ਕੋਈ ਜੱਜ ਸੁਪਰੀਮ ਕੋਰਟ ਦਾ ਹੈੱਡ ਹੋਊਗਾ, ਕਿਸੇ ਹਾਈ ਕੋਰਟ ਦਾ ਚੀਫ ਜੱਜ ਹੋਊਗਾ, ਲੀਗਲ ਐਕਸਪਰਟੀਜ਼ ਹੋਣਗੇ ਇਹਦੇ 'ਚ, ਯਾਨੀ ਕਿ ਵਿਧੀ ਦੇ ਗਿਆਤੇ ਹੋਣਗੇ। ਤਾਂ ਸਪੈਸ਼ਲ ਮੈਜੋਰਟੀ ਦੇ ਨਾਲ ਪਾਸ ਹੋਣਾ ਚਾਹੀਦਾ। ਇੰਪੀਚਮੈਂਟ ਸ਼ਬਦ ਆਪਾਂ ਕਹਿ ਦਿੰਦੇ ਹਾਂ ਵੀ CGI 'ਤੇ ਜਾਂ ਫਿਰ ਜੱਜ 'ਤੇ ਇੰਪੀਚਮੈਂਟ ਲੱਗ ਗਈ। ਠੀਕ ਹੈ, ਜਿਵੇਂ ਕਿ ਰੰਜਨ ਗੋਗੋਈ ਸਾਹਿਬ ਪਹਿਲਾਂ ਚਰਚਾ ਦੇ ਵਿੱਚ ਰਹੇ, ਇੰਪੀਚਮੈਂਟ ਵਰਡ ਵਾਰ-ਵਾਰ ਯੂਜ਼ ਹੋ ਰਿਹਾ ਸੀ। ਪਰ ਇੰਪੀਚਮੈਂਟ ਵਰਡ ਆ ਜਿਹੜਾ ਉਹ ਆਪਣੇ ਸਿਰਫ ਰਾਸ਼ਟਰਪਤੀ ਸਾਹਿਬ ਦੇ ਲਈ ਹੀ ਯੂਜ਼ ਹੁੰਦਾ, ਨਾ ਕਿ ਹੋਰ ਆਪਣੇ ਸੰਵਿਧਾਨ ਦੇ ਵਿੱਚ ਕਿਸੇ ਵੀ ਪੋਸਟ ਦੇ ਲਈ ਇਹ ਨਹੀਂ ਹੈਗਾ। ਬਾਕੀ ਜੱਜ ਨੂੰ ਹਟਾਉਣ ਦੇ ਲਈ ਆਪਣੇ ਕੋਲੇ 2 ਗਰਾਊਂਡਸ ਹੁੰਦੇ ਆ, ਮਿਸਬਿਹੇਵੀਅਰ ਦੇ ਕਰਕੇ ਜਾਂ ਫਿਰ ਇਨਕੈਪੈਸਿਟੀ ਕਰਕੇ। ਠੀਕ ਆ, ਤਾਂ ਬੱਚੇ ਅੱਜ ਦੀ ਵੀਡੀਓ ਦੇ ਲਈ ਫਿਲਹਾਲ ਆਪਾਂ ਇੰਨਾ ਹੀ ਰੱਖਦੇ ਹਾਂ। ਇਸ ਤੋਂ ਬਾਅਦ ਆਪਣੇ ਕੋਲੇ ਕੁਐਸਚਨ ਤਾਂ ਵੈਸੇ ਹੋਰ ਵੀ ਹੈਗੇ ਸੀ ਬੱਚੇ,
ਪਰ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ। ਠੀਕ ਆ, ਤਾਂ ਬਾਕੀ ਇਸ ਤੋਂ ਬਾਅਦ ਜਿਹੜੇ ਆਪਣੇ ਅਗਲੇ ਕੁਐਸਚਨ ਨੇ ਉਹਨਾਂ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤਾਂ ਹੋਪ ਸੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ। ਬਾਕੀ ਬੱਚੇ, ਅਗਰ ਤੁਹਾਨੂੰ ਸਿੱਖਣ ਨੂੰ ਨਵਾਂ ਮਿਲਿਆ ਔਰ ਈਜ਼ੀਲੀ ਸਮਝ ਆ ਰਿਹਾ, ਤੁਹਾਨੂੰ ਲੱਗਿਆ ਕਿ ਬਕਾਇਦਾ ਅਸੀਂ ਕੁਝ ਪੜ੍ਹਿਆ ਵੀਡੀਓ ਦੇ ਵਿੱਚ ਔਰ ਸਿੱਖਣ ਨੂੰ ਮਿਲਿਆ, ਸਮਝਣ ਨੂੰ ਮਿਲਿਆ, ਦੈਨ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਿਓ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਸ਼ੇਅਰ ਜ਼ਰੂਰ ਕਰਿਓ। ਬਾਕੀ ਬੱਚੇ, ਜਿਹੜੇ ਬੱਚਿਆਂ ਨੇ ਸਾਡਾ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਹੋਇਆ, ਤਾਂ ਇਹਦਾ ਲਿੰਕ ਆ ਜਿਹੜਾ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾਇਆ ਗਿਆ, ਤਾਂ ਦੈਨ ਤੁਸੀਂ ਉਹਨੂੰ ਵੀ ਜੁਆਇਨ ਜ਼ਰੂਰ ਕਰਿਓ। ਉੱਥੇ ਵੀ ਕਰੰਟ ਦੇ ਜਾਂ ਫਿਰ ਕੋਈ PDF ਵਗੈਰਾ ਇੰਪੋਰਟੈਂਟ ਹੁੰਦੀ ਹੈ, ਉਹ ਜਾਣਕਾਰੀ ਉੱਥੇ ਸ਼ੇਅਰ ਕੀਤੀ ਜਾਂਦੀ ਆ। ਵੀਡੀਓ ਦੇਖਣ ਦੇ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।